श्री वाहिगुरु जी। सतनाम श्री वाहिगुरु जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच सज्जन सच्चा पातशाह सिर सांद साह जिस पास बैठिया सोहिए सबना दा सतनाम श्री वाहिगुरु साहिब जीओ। एक ओंकार सतगुर प्रसाद राम कली की वार महला तीजा। युद्ध है वीर पूर्वाणी की धुनी। सलोक महला तीजा। सतगुर सैजै दा खेत है जसनो लाए भाओ। नाव बीजे नाव उगवै नामे रह समाए। सतगुर सैजै दा खेत है। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुग अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार हर सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। एक ओंकार एक अद्वितीय ब्रह्म
ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਮ ਕਲੀ ਕੀ ਵਾਰ ਸਤਿਗੁਰੂ ਜੀ ਰਾਮਕਲੀ ਰਾਗ ਵਿੱਚ ਤੀਜੇ ਪਾਤਸ਼ਾਹ ਜੀ ਦੀ ਵਾਰ ਜੋ ਕਥਨ ਕਰਦੇ ਹਨ। ਮਹੱਲਾ ਤੀਜਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਸ ਵਾਰ ਦੇ ਵਿੱਚ ਜਿੰਨੀਆਂ ਵੀ ਪੌੜੀਆਂ ਆਉਣਗੀਆਂ ਸਭ ਤੀਜੇ ਪਾਤਸ਼ਾਹ ਦੀਆਂ ਆਉਣਗੀਆਂ ਅਤੇ ਸ਼ਲੋਕ ਵੀ ਤੀਜੇ ਪਾਤਸ਼ਾਹ ਜੀ ਦੇ ਕਰੀਬ ਕਰੀਬ ਆਉਣਗੇ। ਇਉਂ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਵਾਰ ਇਹ ਲਿਖਵਾ ਰਹੇ ਹਨ। ਯੋਧਾ ਵੀਰਾ ਪੂਰਬਾਣੀ ਕੀ ਧੁਨੀ। ਇਹ ਯੋਧਾ ਅਤੇ ਵੀਰਾਂ ਦੀ ਜੋ ਵਾਰ ਬਣਾਈ ਹੈ ਢਾਡੀਆਂ ਨੇ ਅਤੇ ਉਹਨਾਂ ਨੇ ਗਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਰਵਣ ਕਰਾਈ। ਉਹ ਤੁਹਾਨੂੰ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਧੁਨੀ ਚੜ੍ਹਾਈ ਹੈ ਕਿ ਜਿਸ ਧੁਨੀ 'ਤੇ ਜਿਸ ਤਰਜ ਦੇ ਯੋਧਾ ਅਤੇ ਵੀਰਾ ਜਿਹੜੇ ਰਾਜਪੂਤ ਭਰਾ ਹੋਏ ਹਨ, ਸੋ ਜਿਵੇਂ ਉਹਨਾਂ ਦੀ ਵਾਰ ਗਾਈ ਜਾਂਦੀ ਹੈ ਉਸੇ ਪ੍ਰਕਾਰ ਇਹ ਰਾਮਕਲੀ ਦੀ ਵਾਰ ਗਾਇਨ ਕਰਨੀ ਹੈ। ਸਾਧ ਸੰਗਤ ਜੀਓ, ਇਹ ਜੋ ਵਾਰ ਹੈ ਪੌੜੀਆਂ ਦਾ ਤੀਜੇ ਪਾਤਸ਼ਾਹ ਦੀਆਂ ਨੇ ਸ਼ਲੋਕ ਅਤੇ ਮਹੱਲੇ ਸਾਂਝੇ ਹਨ। ਜਿਹੜਾ ਯੋਧਾ ਵੀਰ ਹੈ ਪੂਰਬਾਣੀ ਕੀ ਧੁਨੀ ਗੁਰੂ ਸਾਹਿਬ ਨੇ ਲਿਖਾਈ ਹੈ। ਇਹ ਯੋਧਾ ਅਤੇ ਵੀਰਾ ਦੋਵੇਂ ਸਕੇ ਭਰਾ ਸਨ। ਪੂਰਬਾਣੀ ਦੇ ਪੁੱਤਰ ਅਤੇ ਜਾਤੀ ਦੇ ਰਾਜਪੂਤ ਸਨ। ਇਹ ਦੋਵੇਂ ਹੀ ਅਕਬਰ ਬਾਦਸ਼ਾਹ ਦੇ ਵਕਤ ਹੋਏ ਹਨ। ਇਹ ਲੱਖੀ ਜੰਗਲ ਦੇ ਧਾੜਵੀ ਸਨ। ਇਹ ਬੜੇ ਯੋਧੇ ਸੂਰਬੀਨ ਹੋਣ ਕਰਕੇ ਕਿਸੇ ਦੀ ਨਹੀਂ ਮੰਨਦੇ ਸਨ। ਜਿਸ ਵੇਲੇ ਅਮੀਰ ਲੋਕ ਕਾਬਲ ਦੇ ਮੇਵੇ ਦੀਆਂ ਡਾਲੀਆਂ ਜਾਂ ਮਾਮਲਾ ਅਕਬਰ ਬਾਦਸ਼ਾਹ ਦੇ ਪਾਸ ਦਿੱਲੀ ਭੇਜਦੇ ਸਨ ਤਾਂ ਇਹ ਦੋਨੋਂ ਭਰਾ ਰਸਤੇ ਦੇ ਵਿੱਚ ਹੀ ਖੋਹ ਲਿਆ ਕਰਦੇ ਸਨ। ਇੱਕ ਦਿਨ ਅਕਬਰ ਬਾਦਸ਼ਾਹ ਨੇ ਆਪਣੇ ਅਹੁਦੇਦਾਰ ਮੰਤਰੀਆਂ ਆਦਿ ਕੋਲੋਂ ਪੁੱਛਿਆ ਕਿ ਕਾਬਲ ਦੇ ਲੋਕ ਮੇਰੇ ਵਾਸਤੇ ਮੇਵੇ ਦੀਆਂ ਡਾਲੀਆਂ 'ਤੇ ਮਾਮਲਾ ਭੇਜਦੇ ਨੇ ਜੋ ਮੇਰੇ ਤੱਕ ਨਹੀਂ ਪਹੁੰਚਦਾ। ਐਸਾ ਕਿਹੜਾ ਸੂਰਮਾ ਹੈ ਜੋ ਰਸਤੇ ਵਿੱਚ ਹੀ ਲੁੱਟ ਲੈਂਦਾ ਹੈ। ਅਹੁਦੇਦਾਰ ਕਹਿਣ ਲੱਗਾ ਕਿ ਬਾਦਸ਼ਾਹ ਜੀ ਰਸਤੇ ਵਿੱਚ ਦੋ ਸੂਰਮੇ ਯੋਧਾ ਅਤੇ ਵੀਰਾ ਹਨ। ਇਹ ਦੋਵੇਂ ਸੂਰਮੇ ਆਪਣੀ ਸੈਨਾ ਦੇ ਨਾਲ ਐਸਾ ਮੁਕਾਬਲਾ ਕਰਦੇ ਨੇ, ਭਾਵੇਂ 1000 ਆਦਮੀ ਹੋਵੇ ਉਹਨਾਂ ਦੇ ਨਾਲ ਜੰਗ ਕਰਕੇ ਸਾਰਾ ਕੁਝ ਹੀ ਲੁੱਟ ਲੈਂਦੇ ਨੇ। ਇਹ ਗੱਲ ਸੁਣ ਕੇ ਅਕਬਰ ਬਾਦਸ਼ਾਹ ਨੇ 5000 ਫੌਜ ਭੇਜੀ। 5000 ਦੋਵੇਂ ਭਰਾਵਾਂ ਨੇ 5 ਦੀ 5000 ਫੌਜ ਨੂੰ ਵੀ ਜਿੱਤ ਲਿਆ। ਫਿਰ ਅਕਬਰ ਬਾਦਸ਼ਾਹ ਬਹੁਤ ਸਾਰੀ ਫੌਜ ਖੁਦ ਆਪ ਲੈ ਕੇ ਚੜ੍ਹ ਕੇ ਆ ਗਿਆ। ਇਹਨਾਂ ਦੋਨਾਂ ਸੂਰਮਿਆਂ ਨੇ ਇਹੋ ਜਿਹਾ ਫੌਜ ਨਾਲ ਮੁਕਾਬਲਾ ਕੀਤਾ ਕਿ ਫੌਜ ਇਹਨਾਂ ਸੂਰਮਿਆਂ ਤੋਂ ਡਰਦੀ ਮਾਰੀ ਭਾਜੀ ਗਈ। ਉਸ ਵੇਲੇ ਅਕਬਰ ਬਾਦਸ਼ਾਹ ਨੂੰ ਡਰ ਪੈ ਗਿਆ ਇਹ ਕਿ ਸੂਰਮੇ ਕਿਤੇ ਮੈਨੂੰ ਮਾਰ ਹੀ ਨਾ ਕਤਨ, ਮਾਰ ਕੇ ਦਿੱਲੀ ਦੇ ਬਾਦਸ਼ਾਹ ਹੀ ਨਾ ਬਣ ਜਾਣ। ਇਉਂ ਸੋਚ ਕੇ ਅਕਬਰ ਨੇ ਬੇਅੰਤ ਫੌਜ ਲਿਜਾ ਕੇ ਦੋਵੇਂ ਸੂਰਮਿਆਂ ਦੇ ਆਲੇ ਦੁਆਲੇ ਘੇਰਾ ਪਾ ਲਿਆ।
ਉਸ ਵੇਲੇ ਦੋਵੇਂ ਹੀ ਸੂਰਮੇ ਫੌਜਾਂ ਨਾਲ ਯੁੱਧ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ, ਪਰ ਬਾਹਾਂ ਖੜੀਆਂ ਨਹੀਂ ਕੀਤੀਆਂ, ਈਨ ਨਹੀਂ ਮੰਨੀ। ਇਹਨਾਂ ਦੀ ਬਹਾਦਰੀ ਵੇਖ ਕੇ ਢਾਡੀਆਂ ਨੇ ਵਾਰ ਬਣਾਈ। ਉਸ ਵਾਰ ਦੀ ਪੌੜੀ ਫਿਰ ਢਾਡੀ ਅਬਦੁੱਲੇ ਅਤੇ ਨੱਥੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਖਲੋ ਕੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾਈ। ਜੋਧ ਵੀਰ ਪੁਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ, ਫੌਜ ਚੜਾਈ ਬਾਦਸ਼ਾਹ ਅਕਬਰ ਨੇ ਭਾਰੀਆਂ, ਸਨਮੁਖ ਹੋਏ ਰਾਜਪੂਤ ਸੁਤਰੀ ਰਣਕਾਰੀਆਂ, ਤੂੰ ਮਿਆਨੋਂ ਕੱਢੀਆਂ ਬਿਜਲ ਜਿਉਂ ਚਮਕਾਰੀਆਂ, ਇੰਦਰ ਸਣਿਆ ਪਛਰਾ ਮਿਲ ਕਰਨ ਜੋ ਹਾਰੀਆਂ, ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਨੋਟ ਕਰਨਾ 2 ਤੇ 2 4 ਤੇ 2 6 ਇਹ 6 ਪੰਕਤੀਆਂ ਨੇ। ਇਹ ਪੌੜੀ ਸੁਣ ਕੇ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨ ਬਹੁਤ ਪ੍ਰਸੰਨ ਹੋਇਆ ਅਤੇ ਉਸੇ ਵੇਲੇ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਇਹ ਧੁਨ ਰਾਮਕਲੀ ਦੀ ਵਾਰ ਦੇ ਪ੍ਰਾਰੰਭ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਖਵਾਈ ਅਤੇ ਰਾਗੀਆਂ ਨੂੰ ਢਾਡੀਆਂ ਨੂੰ ਹੁਕਮ ਦਿੱਤਾ ਕਿ ਯੋਧਾ ਤੇ ਵੀਰਾਂ ਦੀ ਵਾਰ ਦੇ ਥਾਂ ਉਸੇ ਧੁਨ ਦੇ ਵਿੱਚ ਰਾਮਕਲੀ ਵਾਰ ਦੀਆਂ ਪੌੜੀਆਂ ਗਾਇਨ ਕਰਿਆ ਕਰੋ। ਇਸ ਪ੍ਰਕਾਰ ਇਹ ਗੁਰੂ ਮਹਾਰਾਜ ਜੀ ਨੇ ਧੁਨੀ ਲਿਖਵਾਈ, ਜਿਹਦਾ ਅੰਤਰੀ ਭਾਵ ਲਈਏ ਜੋਧਾ ਵੀਰ ਹੈ ਪੂਰਬਾਣੀ ਕੀ ਧੁਨੀ। ਅੰਤਰੀ ਭਾਵ ਦੇ ਵਿੱਚ ਜੋਧਾ ਮਤਲਬ ਵਿਵੇਕ ਤੇ ਵੀਰਾ ਮਤਲਬ ਹੈ ਰਾਗ। ਇਉਂ ਮੋਹ ਰੂਪੀ ਰਾਜੇ ਨੂੰ ਜਿੱਤਣ ਵਾਲੇ ਵਿਵੇਕ ਅਤੇ ਵੈਰਾਗ ਦੋ ਸੂਰਮੇ ਨੇ। ਪੂਰਬ ਆਣੀ ਪੂਰਬ ਪਹਿਲਾਂ ਭਾਵ ਜਦੋਂ ਤੋਂ ਦੁਨੀਆ ਪੈਦਾ ਹੋਈ ਹੈ ਉਦੋਂ ਤੋਂ ਲੈ ਕੇ ਵਿਵੇਕ ਅਤੇ ਵੈਰਾਗ ਦਾ ਮੋਹ ਰੂਪੀ ਰਾਜੇ ਨਾਲ ਜੰਗ ਹੁੰਦਾ ਆਇਆ ਹੈ। ਕਦੇ ਆਸੁਰੀ ਸੰਪਦਾ ਦੈਵੀ ਸੰਪਦਾ ਤੋਂ ਜਿੱਤ ਜਾਂਦੀ ਹੈ, ਕਦੇ ਦੈਵੀ ਸੰਪਦਾ ਆਸੁਰੀ ਸੰਪਦਾ ਤੋਂ ਜਿੱਤ ਜਾਂਦੀ ਹੈ। ਇਸ ਤਰ੍ਹਾਂ ਦੇ ਯੋਧਾ ਤੇ ਵੀਰਾਂ ਦੀ ਧੁਨੀ ਅਨੁਸਾਰ ਜਿਵੇਂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਦੇ ਮੱਧ ਦੇ ਵਿੱਚ ਕਰੀਬ ਜਿਹੜੀ ਬਾਣੀ ਲਿਖੀ ਹੈ ਉਹਦੇ 'ਚ ਮੋਹ ਸੈਨਾਪਤੀ ਲਿਖਿਆ ਅਤੇ ਆਸੁਰੀ ਸੰਪਦਾ ਦੀ ਫੌਜ ਲਿਖੀ ਹੈ। ਇੱਧਰ ਜਿਹੜਾ ਵੈਰਾਗ ਹੈ ਇਹਨੂੰ ਸੈਨਾਪਤੀ ਲਿਖਿਆ ਵਿਵੇਕ ਨੂੰ, ਅਤੇ ਵੈਰਾਗ ਸਤ ਸੰਦੋਖ ਆਦਿਕ ਇਹਦੀ ਜੋ ਦੈਵੀ ਸੰਪਦਾ ਦੀ ਫੌਜ ਹੈ ਇਹ ਮਹਾਰਾਜ ਨੇ ਜੰਗ ਦਾ ਵਰਣਨ ਕੀਤਾ ਹੈ। ਇੰਝ ਅੰਤਰੀ ਭਾਵ ਵੀ ਘਟਦਾ ਹੈ। ਸੋ ਇਹਦੇ ਅਨੁਸਾਰ ਸਤਿਗੁਰੂ ਜੀ ਮੋਹ ਤੇ ਵੈਰਾਗ ਵਿਵੇਕ ਦਾ ਜੰਗ ਲਿਖ ਰਹੇ ਨੇ। ਸੋ ਸਭ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਕੀਤਾ ਹੈ। ਮੰਗਲ ਤੋਂ ਬਾਅਦ ਇਸ ਲੇਖ ਵਾਲੀ ਪੌੜੀ ਉਚਾਰੀ ਹੈ ਕਿ ਰਾਮਕਲੀ ਦੀ ਵਾਰ ਤੀਜੇ ਪਾਤਸ਼ਾਹ ਜੀ ਦੀ ਅਤੇ ਪੌੜੀਆਂ ਸਾਰੀਆਂ ਸਤਿਗੁਰੂ ਤੀਜੇ ਦੀਆਂ ਮਹੱਲੇ ਅਤੇ ਸ਼ਲੋਕ ਸਾਂਝੇ। ਉਸ ਤੋਂ ਬਾਅਦ ਇਹ ਧੁਨੀ ਲਿਖਵਾਈ ਹੈ। ਆਓ ਪਿਆਰ ਨਾਲ ਸੁਣੋ ਜੀ। ਸ਼ਲੋਕ ਮਹੱਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਸ਼ਲੋਕ ਉਚਾਰਨ ਕਰ ਰਹੇ ਹਨ। ਸਤਿਗੁਰ ਸਹਿਜੈ ਦਾਖੇ ਤਾਹੈ। ਪੂਰੇ ਸਤਿਗੁਰੂ ਸਾਹਿਬ ਜੀ ਗਿਆਨ ਸ਼ਾਂਤੀ ਸੁਖ ਆਦਿਕ ਸ਼ੁਭ ਗੁਣਾਂ ਦਾ ਖੇਤ ਹਨ। ਜਿਸਨੂੰ ਲਾਏ ਪਾਓ, ਜਿਸ ਨੂੰ ਸਤਿਗੁਰੂ ਸਾਹਿਬ ਜੀ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਦਾ ਪ੍ਰੇਮ ਲਾਉਂਦੇ ਹਨ
ਉਸ ਨੂੰ ਗਿਆਨ ਸ਼ਾਂਤੀ ਆਦਿ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਅਤੇ ਨਾਉ ਬੀਜੇ ਨਾਉ ਉਗਵੈ। ਪਹਿਲਾਂ ਨਾਮ ਦਾ ਸਰਵਣ ਕਰਨ ਨੂੰ ਬੀਜ ਬੀਜਦਾ ਹੈ। ਜਿਨ੍ਹਾਂ ਨੂੰ ਸਤਿਗੁਰੂ ਜੀ ਗਿਆਨ ਸ਼ਾਂਤੀ ਆਦਿ ਗੁਣ ਦਿੰਦੇ ਨੇ, ਉਹ ਪਹਿਲਾਂ ਆਪਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਨਾਮ ਦਾ ਸਰਵਣ ਕਰਨ ਨੂੰ ਵੀ ਬੀਜ ਬੀਜਦਾ। ਫਿਰ ਹਿਰਦੇ ਅੰਦਰ ਮੰਨਣ ਕਰਨ ਰੂਪੀ ਵਾਹਿਗੁਰੂ ਨਾਮ ਉਗਦਾ ਹੈ। ਮਤਲਬ ਅਜੱਪਾ ਜਾਪ ਦੀ ਧੁਨੀ ਪੈਦਾ ਹੁੰਦੀ ਹੈ। ਅਜੱਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਏ। ਨਾਮੇ ਰਹਿ ਸਮਾਏ। ਹਰ ਫਿਰ ਵਾਹਿਗੁਰੂ ਨਾਮ ਦਾ ਨਿਧਿਆਸਨ ਕਰਕੇ ਹਰ ਵਕਤ ਨਾਮ ਦੇ ਵਿੱਚ ਸਮਾਇਆ ਰਹਿੰਦਾ ਹੈ। ਸੋ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਬਰਖਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਸ ਭਾਵ ਦੇ ਵਿੱਚ ਉਹ ਨਾਮ ਦੇ ਵਿੱਚ ਹੀ ਸਮਾਇਆ ਰਹਿੰਦਾ। ਇਸੇ ਪ੍ਰਕਾਰ ਨਾਉ ਬੀਜੇ ਨਾਉ ਉਗਵੈ। ਇਹ ਸਤਿਗੁਰੂ ਜੀ ਸਾਨੂੰ ਕੀ ਹੁਕਮ ਹੈ? ਤਾਂ ਮਹਾਰਾਜ ਫਰਮਾਉਂਦੇ ਨੇ, ਨਾਮ ਬੀਜ ਸੰਤੋਖ ਸੁਹਾਗਾ। ਇਹ ਗੁਰਮੁਖਾ ਵਾਹਿਗੁਰੂ ਨਾਮ ਦਾ ਬੀਜ ਬੀਜ ਤੇ ਸੰਤੋਖ ਦਾ ਸੁਹਾਗਾ ਮਾਰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਆਗਿਆ ਕੀਤੀ ਹੈ। ਮਨ ਹਾਲੀ ਕਿਰਸਾਣੀ ਕਰਨੀ। ਮਨ ਨੂੰ ਹਲ ਵਾਹੁਣ ਵਾਲਾ ਹਾਲੀ ਕਿਰਸਾਨ ਬਣਾ। ਤੇ ਜਿਹੜੀ ਸ਼ੁਭ ਕਰਮਾਂ ਦੀ ਕਰਨੀ ਹੈ, ਨਿਸ਼ਕਾਮ ਕਰਮਾਂ ਦੀ, ਇਹ ਕਿਰਸਾਣੀ ਖੇਤੀ ਕਰ। ਸਰਮ ਪਾਣੀ ਜੋ ਔਗਣਾ ਵੱਲੋਂ ਵਿਕਾਰਾਂ ਵੱਲੋਂ ਸ਼ਰਮ ਕਰਨੀ ਹੈ, ਆਪਦੇ ਵੱਡਿਆਂ ਦੀ ਸ਼ਰਮ ਕਰਕੇ ਚੁੱਪ ਰਹਿਣਾ ਹੈ। ਵੱਡਿਆਂ ਕੇ ਬੋਲਣਾ ਹੀ। ਸੋ ਇਹ ਬਹੁਤ ਵੱਡਾ ਔਗਣ ਹੈ ਜਿਹੜਾ ਉਹਨਾਂ ਦੀ ਸ਼ਰਮ ਕਰਕੇ ਵੀ ਉਹ ਜਣੇ ਜੇ ਕੁਛ ਕਹਿ ਦਿੱਤਾ ਤੇ ਸਾਥੋਂ ਵੱਡੇ ਨੇ ਜਿਹੜਾ ਚੁੱਪ ਰਹਿਣਾ ਤਾਂ ਉਹ ਨੀਵੀਂ ਰੱਖਣੀ। ਇਹ ਪਾਣੀ ਲਾ ਜਾਂ ਵੱਡਿਆਂ ਦੀ ਸ਼ਰਮ ਕਰਕੇ ਕਾਮ ਕ੍ਰੋਧ ਤੋਂ ਬਚ ਕੇ ਰਹਿਣਾ। ਕੋਈ ਗਲਤੀ ਨਾ ਕਰਨੀ ਕਿ ਸਾਡੀ ਗਲਤੀ ਦਾ ਲਾਮਾ ਵੱਡਿਆਂ ਨੂੰ ਜਾਵੇਗਾ। ਜਿਹੜੀ ਕਾਮ ਵੱਲੋਂ ਸ਼ਰਮ ਕਰਨੀ ਹੈ, ਇਹ ਪਾਣੀ ਲਾ ਜਾਂ ਸ਼ਰਮ ਵੈਰਾਗ ਧਾਰਨ ਕਰਨ ਰੂਪੀ ਪਾਣੀ ਲਾ। ਤਨ ਖੇਤ, ਸਰੀਰ ਨੂੰ ਧਰਤੀ ਖੇਤ ਸਮਝ। ਨਾਮ ਬੀਜ, ਇਹਦੇ ਵਿੱਚ ਵਾਹਿਗੁਰੂ ਨਾਮ ਦਾ ਬੀਜ ਬੀਜ। ਸੰਤੋਖ ਸੁਹਾਗਾ, ਸੰਤੋਖ ਦਾ ਤੇ ਸੁਹਾਗਾ ਮਾਰ। ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਜਿਹੜਾ ਉੱਪਰ ਗਰੀਬੀ ਲਿਬਾਸ ਰੱਖਣਾ ਹੈ, ਇਹ ਰਖਵਾਲਾ ਬਣਾ। ਪਾਓ ਕਰਮ ਕਰ ਜਮਸੀ। ਜਿਹੜਾ ਪ੍ਰੇਮ ਦੇ ਸਹਿਤ ਨਿਸ਼ਕਾਮ ਕਰਮ ਕਰਨੇ ਨੇ, ਇਹ ਖੇਤੀ ਦਾ ਜਮਾਓ ਹੈ। ਪਾਓ ਕਰਮ ਕਰ ਜਮਸੀ, ਸੇ ਕਰ ਭਾਗੜ ਦੇਖ। ਜਿਹੜੇ ਇਸ ਤਰ੍ਹਾਂ ਦੀ ਖੇਤੀ ਕਰਦੇ ਨੇ, ਉਹ ਜਿਹੜੇ ਹਿਰਦੇ ਰੂਪੀ ਘਰ ਹਨ, ਸੰਤਾਂ ਦੇ ਹਿਰਦੇ ਰੂਪੀ ਘਰ, ਉਹ ਸ਼ਾਹੂਕਾਰ ਦਿਖਦੇ ਹਨ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਤਨ ਹਰ ਨਾਮਾ। ਪ੍ਰਵਾਨ ਗਣੀ ਸੇ ਇਹ ਆਏ, ਸਫਲ ਤਿਨਾਂ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ, ਕੇਸਾਂ ਕਾ ਕਰ ਚਬਰ ਟੁਲਾਵਾ। ਚਰਨ ਧੋੜ ਮੁਖ ਲਾਈ। ਇਉਂ ਇਹ ਖੇਤੀ ਦਾ ਪ੍ਰਕਾਰ ਸਤਿਗੁਰੂ ਨਾਨਕ ਦੇਵ ਜੀ ਨੇ ਸੋਰਠ ਰਾਗ ਦੇ ਆਰੰਭ ਵਾਲੇ ਸ਼ਬਦ ਵਿੱਚ ਦੱਸਿਆ। ਮਲਾਰ ਦੀ ਵਾਰ ਵਿੱਚ ਵੀ ਐਸੇ ਬਚਨ ਨੇ, ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਭਾਈ। ਸੋ ਇਸ ਤਰ੍ਹਾਂ ਮਹਾਰਾਜ ਨੇ ਉੱਥੇ ਵੀ ਆਗਿਆ ਕੀਤੀ ਹੈ
ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਇਹ ਭਾਈ ਤੁਸੀਂ ਵਿਸ਼ਿਆਂ ਦੇ ਕਲਰ ਨੂੰ ਕੀ ਸਿੰਜ ਰਹੇ ਹੋ? ਆਪ ਦੇ ਮਨੁੱਖਾ ਜਨਮ ਨੂੰ ਗਵਾ ਰਹੇ ਹੋ। ਕਾਚੀ ਟੈਕ ਦੁਆਲ ਕਾਹੇ ਗਚ ਲਾਵੋ। ਜਿਹੜੀ ਕੱਚੀ ਇਹ ਦੇਹ ਢਹਿ ਜਾਣੀ ਹੈ, ਕਾਹਦੇ ਵਾਸਤੇ ਤੁਸੀਂ ਗੱਚ ਚੂਨਾ ਲਾ ਰਹੇ ਹੋ? ਢਹਿ ਤੇ ਜਾਣੀ ਹੋਈ ਹੈ। ਇਹਦੇ ਵਿੱਚ ਸ਼ੁਭ ਗੁਣਾਂ ਦੀ ਨਾਮ ਦੀ ਖੇਤੀ ਬੀਜੋ, ਕਾਮ ਦੇ ਕ੍ਰੋਧ ਨੂੰ ਬਲਦ ਬਣਾਓ ਤੇ ਚੰਗੀ ਤਰ੍ਹਾਂ ਗੋੜ ਕੇ ਔਗਣਾਂ ਨੂੰ ਬਾਹਰ ਕੱਢੋ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬੀਜਣ ਦਾ ਪ੍ਰਕਾਰ ਦੱਸਿਆ। ਪਿਆਰ ਨਾਲ ਫਿਰ ਸੁਣੋ। ਨਾਉ ਬੀਜੇ ਨਾਉ ਉਗਵੈ। ਨਾਮ ਦੀ ਪ੍ਰਾਪਤੀ ਲਈ ਪਹਿਲਾਂ ਸ਼ਰਧਾ ਰੂ ਬੀਜ ਨੂੰ ਬੀਜੇ, ਤਾਂ ਹੀ ਹਿਰਦੇ ਅੰਦਰ ਵਾਹਿਗੁਰੂ ਨਾਮ ਉਗਦਾ, ਪਾਪ ਪ੍ਰਗਟ ਹੁੰਦਾ ਹੈ। ਨਾਮੇ ਰਹਿ ਸਮਾਏ। ਉਹ ਫਿਰ ਵਾਹਿਗੁਰੂ ਨਾਮ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਇਸੇ ਪ੍ਰਕਾਰ ਨਾਉ ਬੀਜੇ ਨਾਉ ਉਗਵੈ। ਨਿਸ਼ਕਾਮ ਕਰਮ ਕਰਨਾ ਇਹ ਨਾਮ ਦਾ ਬੀਜਣਾ ਹੈ। ਉਪਾਸਨਾ ਕਰਨੀ ਨਾਮ ਦਾ ਉਗਣਾ ਹੈ। ਨਾਮੇ ਰਹਿ ਸਮਾਏ। ਅਤੇ ਬ੍ਰਹਮ ਗਿਆਨ ਸਖਿਆਤਤਾ ਹੋਣੀ ਵਾਹਿਗੁਰੂ ਨਾਮ ਦੇ ਵਿੱਚ ਸਮਾਈ ਰਹਿਣਾ ਹੈ। ਹਉਮੈ ਹੋ ਬੀਜ ਹੈ। ਜਿਹੜਾ ਇਹ ਸੰਸਾਰ ਦੇ ਜੀਵਾਂ ਨੇ ਦੇਹ ਦੀ ਹਉਮੈ ਦਾ ਬੀਜ ਬੀਜਿਆ ਹੋਇਆ ਹੈ। ਸੈਸਾ ਗਿਆ ਬਿਵਲਾਏ। ਇਹ ਦੇਹ ਦੀ ਹੰਤਾ ਅਤੇ ਪ੍ਰਮਾਣਗਤ ਪਰਮੇਗਤ ਸੰਸਾਰ ਉਸ ਦੇ ਹਿਰਦੇ ਵਿੱਚੋਂ ਨਾਮ ਰੂਪੀ ਬੀਜ ਦੇ ਕਰਕੇ ਵਿਲਾ ਗਿਆ, ਛੁਪ ਗਿਆ, ਦੂਰ ਹੋ ਗਿਆ ਹੈ। ਨਾ ਕਿਛ ਬੀਜੇ ਨਾ ਉਗਵੈ। ਗੁਰਮੁਖ ਜਨ ਹਉਮੈ ਦੇ ਸੰਯੁਕਤ ਨਾ ਕੋਈ ਸਕਾਮ ਕਰਮ ਰੂਪੀ ਬੀਜ ਬੀਜਦਾ, ਨਾ ਹੀ ਉਸ ਨੂੰ ਨਰਕ ਸੁਰਗ ਆਦਿ ਦਾ ਦੁੱਖ ਸੁੱਖ ਉਤਪਨ ਹੁੰਦਾ ਹੈ। ਜੋ ਬਖਸ਼ੇ ਸੋ ਖਾਏ। ਉਹ ਤਾਂ ਪਰਮੇਸ਼ਰ ਦੇ ਨਾਮ ਦੇ ਜਾਚਕ ਨੇ, ਜੋ ਵਾਹਿਗੁਰੂ ਨਾਮ ਦੁਆਰਾ ਬ੍ਰਹਮਾਨੰਦ ਰੂਪੀ ਰਸ ਨੂੰ ਬਖਸ਼ਦਾ ਹੈ, ਉਸੇ ਨੂੰ ਹੀ ਖਾਂਦਾ ਹੈ, ਉਸੇ ਨੂੰ ਹੀ ਭੋਗਦਾ ਹੈ। ਅੰਬੈ ਸੇਤੀ ਅੰਬਰ ਲਿਆ। ਜਿਵੇਂ ਜਲ ਦੇ ਨਾਲ ਜਲ ਮਿਲ ਜਾਂਦਾ ਹੈ, ਬੋੜ ਨਾ ਨਿਕਸਿਆ ਜਾਏ। ਉਹ ਜਿਹੜਾ ਜਲ ਹੈ ਫਿਰ ਵੱਖਰਾ ਨਹੀਂ ਕੱਢਿਆ ਜਾਂਦਾ। ਜਿਉਂ ਜਲ ਮੈਂ ਹੈ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਈ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਬੋੜ ਨ ਨਿਕਸਿਆ ਜਾਏ। ਇਸੇ ਪ੍ਰਕਾਰ ਆਤਮਿਕ ਸਰੂਪ ਰੂਪੀ ਜਲ ਨਾਲ ਤੁਅੰਗ ਪਦ ਅਲਾਖਰ ਰੂਪ ਜਲ ਜਦ ਮਿਲ ਜਾਂਦਾ, ਜੋ ਫਿਰ ਵੱਖਰਾ ਨਹੀਂ ਕੱਢਿਆ ਜਾਂਦਾ। ਭਾਵ ਪਰਤਕ ਚੇਤਨ ਤੋਂ ਅਦਵੈਤ ਆਨੰਦ ਵਿੱਚ ਏਕਤਾ ਪਾ ਕੇ ਵੱਖਰਾ ਨਹੀਂ ਹੋਇਆ ਜਾਂਦਾ। ਨਾਨਕ ਗੁਰਮੁਖ ਚਲਤ ਹੈ। ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖਾਂ ਨੇ ਜਾਣਿਆ ਕਿ ਸੰਸਾਰ ਚਲਿੱਤਰ ਰੂਪ ਹੈ, ਇਹ ਕੌਤਕ ਰੂਪ ਹੈ। ਇਸੇ ਪ੍ਰਕਾਰ ਨਾਨਕ ਗੁਰਮੁਖ ਚਲਤ ਹੈ। ਗੁਰਮੁਖਾਂ ਨੇ ਸਮਝਿਆ ਕਿ ਇੱਕ ਪਾਸੇ ਤਾਂ ਨਾਮ ਅਤੇ ਰੂਪ ਪ੍ਰਤੀਤ ਹੋ ਰਿਹਾ ਤੇ ਦੂਸਰੇ ਪਾਸੇ ਸੱਚੇਤਨ ਸਰੂਪ ਹੈ। ਇਹ ਪਰਮੇਸ਼ਰ ਦਾ ਇੱਕ ਕੌਤਕ ਹੈ। ਭਾਵ ਦੁਨੀਆ ਦੇ ਨਾਮ ਅਤੇ ਰੂਪ ਚਲਾਏਮਾਨ ਹਨ ਤੇ ਪਰਮੇਸ਼ਰ ਸੱਚੇਤਨ ਸਰੂਪ ਹੋਣ ਕਰਕੇ ਅਚਲ ਸਰੂਪ ਹੈ। ਵੇਖੋ ਲੋਕਾਂ ਆਏ। ਇਹ ਲੋਕੋ, ਹੇ ਜਗਿਆਸੂ ਜਨੋ, ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਆ ਕੇ ਆਪਣੇ ਅਨੁਭਵ ਦੁਆਰਾ ਇਹ ਆਨੰਦ ਨੂੰ ਵੇਖਣਾ ਕਰੋ।
ਇਸੇ ਪ੍ਰਕਾਰ ਨਾਨਕ ਗੁਰਮੁਖ ਚਲਤ ਹੈ। ਸਹਿ ਫਰਮਾਉਂਦੇ ਨੇ ਕਿ ਜੋ ਗੁਰਮੁਖ ਜਨਨ ਦਾ ਭਗਤੀ ਰੂਪ ਕੌਤਕ ਹੈ। ਵੇਖੋ ਲੋਕਾਂ ਆਏ, ਇਹ ਲੋਕੋ ਇਸ ਨੂੰ ਆ ਕੇ ਵੇਖਣਾ ਕਰੋ। ਲੋਕਾ ਕੇ ਵੇਖੈ ਬਪੜਾ, ਪਰ ਅਗਿਆਨੀ ਜਿਹੜੇ ਲੋਕ ਜੀਵ ਨੇ ਇਹ ਵਿਚਾਰੇ ਕੀ ਇਸ ਆਨੰਦ ਨੂੰ ਵੇਖ ਸਕਦੇ ਨੇ। ਜਸਨੋ ਸੋਝੀ ਨਾਹੀ, ਜਿਨ੍ਹਾਂ ਨੂੰ ਸਰੂਪ ਦੀ ਗਿਆਤ ਹੀ ਨਹੀਂ ਹੈ। ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਿ ਹੋ ਜਾਏ। ਗੁਣ ਕਾ ਗਾਹਕ ਜੇ ਲਏ ਜੇ ਮਿਲੇ ਤੋ ਗੁਣ ਲਾਖ ਵਿਕਾਏ। ਇਸ ਗੁਣ ਦਾ ਕੋਈ ਗਾਹਕ ਹੀ ਨਹੀਂ ਹੈ। ਸਰੂਪ ਦਾ ਇਹ ਨਾਲ ਕੀ ਮਤਲਬ? ਸਾਨੂੰ ਤਾਂ ਦੁਨਿਆਵੀ ਚੀਜ਼ਾਂ ਵਸਤੂਆਂ ਚਾਹੀਦੀਆਂ ਨੇ। ਸਾਡੀਆਂ ਅਰਦਾਸਾਂ ਪੂਰੀਆਂ ਹੋ ਜਾਣ ਤੇ ਵਾਹ ਭਲੇ। ਜੈਸਾ ਵੇਖਾਲੇ ਸੋ ਵੇਖੈ, ਜਿਸ ਨੂੰ ਸਤਿਗੁਰੂ ਸਾਹਿਬ ਆਪ ਕਿਰਪਾ ਕਰਕੇ ਵਿਖਾਲਦੇ ਨੇ ਉਹੀ ਸੱਚ ਸਰੂਪ ਨੂੰ ਵੇਖਦਾ ਹੈ। ਜਿਸ ਵਸਿਆ ਮਨ ਮਾਹੇ, ਪਰ ਜਿਸ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਦੁਆਰਾ ਵਾਹਿਗੁਰੂ ਨਾਮ ਮਨ ਵਿੱਚ ਵਸਿਆ ਉਸੇ ਨੂੰ ਹੀ ਜੋਤੀ ਸਰੂਪ ਦੇ ਦਰਸ਼ਨ ਹੁੰਦੇ ਹਨ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਮਨ ਮੁਖ ਦੁਖ ਕਾ ਖੇਤ ਹੈ। ਮਨਮਤ ਨੂੰ ਧਾਰਨ ਕਰਨ ਵਾਲਾ ਮਨੁੱਖ ਦੁੱਖ ਦਾ ਖੇਤ ਹੈ। ਦੁੱਖਾ ਬੀਜੇ ਦੁੱਖਾ ਖਾਏ, ਕਿਉਂਕਿ ਉਹ ਕਿਸੇ ਨੂੰ ਦੁੱਖ ਦੇਣ ਨੂੰ ਬੀਜ ਨੂੰ ਬੀਜਦਾ ਤੇ ਫਿਰ ਉਸ ਦਾ ਫਲ ਦੁੱਖ ਹੀ ਖਾਂਦਾ ਹੈ, ਦੁੱਖ ਹੀ ਭੋਗਦਾ ਹੈ। ਦੁੱਖ ਵਿੱਚ ਜੰਮੈ ਦੁੱਖ ਮਰੈ, ਉਹ ਦੁੱਖ ਦੇ ਵਿੱਚ ਹੀ ਜੰਮਦਾ। ਭਾਵ ਮਾਤਾ ਦੇ ਗਰਭ ਦੇ ਵਿੱਚ ਉਲਟਦਾ ਲਮਕਦਾ ਹੋਇਆ ਦੁੱਖ ਭੋਗਦਾ ਹੈ। ਜਦ ਮੌਤ ਆਉਂਦੀ ਹੈ ਉਦੋਂ ਵੀ ਅਤਿਅੰਤ ਦੁੱਖ ਦੇ ਵਿੱਚ ਹੀ ਮਰਦਾ ਹੈ। ਹਉਮੈ ਕਰਤਾ ਵਿਹਾਏ, ਇੰਜ ਹੰਗਤਾ ਕਰਦਿਆਂ ਹੋਇਆਂ ਮਨਮੁਖ ਪੁਰਖ ਦੀ ਸਾਰੀ ਉਮਰ ਵਿਅਰਥੀ ਬੀਤ ਜਾਂਦੀ, ਗੁਜ਼ਰ ਜਾਂਦੀ ਹੈ। ਆਵਣ ਜਾਣ ਨਾ ਸੁਝਾਈ, ਸੋ ਇਸ ਕਰਕੇ ਉਹਨੂੰ ਆਉਣ ਜਾਣ ਦੇ ਗੇੜ ਵਿੱਚ ਪਏ ਨੂੰ ਕੁਝ ਵੀ ਪਰਮਾਰਥ ਵਾਲਾ ਮਾਰਗ ਦਿਖਦਾ ਨਹੀਂ, ਸਰੂਪ ਦੀ ਸਮਝ ਨਹੀਂ ਹੁੰਦੀ। ਅੰਧਾ ਅੰਧ ਕਮਾਏ, ਕਿਉਂਕਿ ਅੰਨਾ ਜੂ ਹੈ, ਅਗਿਆਨੀ ਜੂ ਹੈ। ਇਹ ਜੀਵ ਅਗਿਆਨ ਪੁਣੇ ਵਿੱਚ ਅੰਧਤਾਈ ਵਾਲੇ ਕਰਮਾਂ ਨੂੰ ਕਮਾਉਂਦਾ ਰਹਿੰਦਾ ਹੈ। ਇਸ ਕਰਕੇ ਜਮਨ ਮਨ ਦਾ ਜਿਹੜਾ ਗੀੜਾ ਹੈ ਇਹਦੇ 'ਚ ਪਏ ਨੂੰ ਕੁਝ ਵੀ ਪਰਮਾਰਥ ਵਾਲਾ ਮਾਰਗ ਦਿਖਦਾ ਨਹੀਂ, ਸਰੂਪ ਦੀ ਸਮਝ ਨਹੀਂ ਹੈ। ਜੋ ਦੇਵੈ ਤਿਸੈ ਨਾ ਜਾਣਈ, ਜੋ ਵਾਹਿਗੁਰੂ ਅੰਦਾਤਾ ਦਿੰਦਾ ਹੈ ਉਸ ਨੂੰ ਜਾਣਦਾ ਹੀ ਨਹੀਂ ਹੈ। ਦਿੱਤੇ ਕੌਣ ਲਪਟਾਏ, ਹਰ ਵਕਤ ਉਹਦੇ ਦਿੱਤੇ ਪਦਾਰਥਾਂ ਨੂੰ ਭੋਗਣ ਦੇ ਵਿੱਚ ਹੀ ਲਪਟਿਆ ਰਹਿੰਦਾ, ਫਸਿਆ ਰਹਿੰਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਰੱਬ ਨੇ ਘਰ ਦਿੱਤਾ, ਬੈੱਡਰੂਮ ਦਿੱਤਾ ਵੀ ਰਾਤ ਆਰਾਮ ਕਰੋ, ਪਰ ਅੰਮ੍ਰਿਤ ਵੇਲੇ ਤਾਂ ਉੱਠ ਕੇ ਗੁਰਦੁਆਰੇ ਆਓ ਭਾਈ। ਜੇ ਗੱਡੀਆਂ ਮੋਟਰਾਂ ਕਾਰਾਂ ਦਿੱਤੀਆਂ ਨੇ ਤਾਂ ਵੀ ਗੁਰੂ ਘਰ ਦੀ ਯਾਤਰਾ ਕਰਕੇ ਇਹਨੂੰ ਸਫਲ ਕਰੋ। ਜੇ ਧੀਆਂ ਪੁੱਤ ਦਿੱਤੇ ਨੇ ਤੇ ਦਿਨ ਰਾਤ ਉਹਨਾਂ ਨੂੰ ਚੁੰਮਦਿਆਂ ਚਾੜਦੇ ਨਾ ਬਤੀਤ ਕਰ ਦਿਓ। ਕੁਝ ਰੱਬ ਦਾ ਨਾਮ ਵੀ ਲਓ, ਵੱਖਰੇ ਹੋ ਕੇ ਗੁਟਕਾ ਸਾਹਿਬ ਵੀ ਪੜ੍ਹੋ, ਨਿਤਨੇਮ ਵੀ ਕਰੋ। ਜਿੰਨੇ ਸਾਨੂੰ ਸਵਾਸ ਦਿੱਤੇ ਨੇ, ਆ ਵੇਖੋ ਦੁਨੀਆ ਆਕਸੀਜਨ ਕੁਰਲਾ ਰਹੀ ਹੈ। ਇਹ ਰੱਬ ਦੀ ਕਿੱਡੀ ਖੁੱਲ੍ਹੀ ਦਾਤ ਹੈ ਜੋ ਖੁੱਲ੍ਹੇ ਵਿੱਚ ਸਾਨੂੰ ਫਰੀ 'ਚ ਆਕਸੀਜਨ ਮਿਲੀ ਹੋਈ ਹੈ। ਸੋ ਉਸ ਵਾਹਿਗੁਰੂ ਨੂੰ ਜਾਣਨਾ ਚਾਹੀਦਾ ਹੈ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਈ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ।
ਪਰ ਦਿੱਤੇ ਨੂੰ ਲਪਟੇ ਹੋਏ ਆ, ਤੇ ਜਿਹੜਾ ਦਾਤਾਰ ਦੇਣ ਵਾਲਾ ਉਹ ਭੁੱਲਿਆ ਹੋਇਆ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਿਆ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕੋਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਤੇ ਇਉਂ ਪਾਪ ਕਰੇ ਤਾਂ ਪਛੋਤਾਣੇ, ਇਸ ਤਰ੍ਹਾਂ ਪਾਪ ਕਰਮ ਕਰ ਰਿਹਾ ਹੈ। ਨਾਨਕ ਪੂਰਬ ਲਿਖਿਆ ਕਮਾਵਣਾ। ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਜੀਵ ਵਿਚਾਰੇ ਕੀ ਕਰਨ, ਇਹਨਾਂ ਦੇ ਹੱਥ 'ਚ ਹੈ ਹੀ ਕੁਛ ਨਹੀਂ। ਪੂਰਬਲੇ ਮੱਥੇ 'ਤੇ ਲੇਖ ਲਿਖੇ ਜਾਂਦੇ, ਸੰਸਕਾਰ ਅਨੁਸਾਰ ਜੀਵ ਕਰਮਾਂ ਨੂੰ ਕਮਾਉਂਦਾ ਹੈ। ਅਵਰਨ ਕਰਨ ਜਾਏ। ਉਸ ਤੋਂ ਇਲਾਵਾ ਵਾਸ਼ਰਾਂ ਦੇ ਵਧੇ ਜੀਵ ਪਾਸੋਂ ਹੋਰ ਕੁਝ ਵੀ ਕੀਤਾ ਨਹੀਂ ਜਾ ਸਕਦਾ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਸਤਿਗੁਰ ਮਿਲਿਆ ਸਦਾ ਸੋਖਾ। ਪੂਰੇ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਹਮੇਸ਼ਾ ਰਹਿਣ ਵਾਲਾ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਜਿਸਨੂੰ ਆਪੇ ਮਿਲੇ ਸੋਏ। ਪਰ ਜਿਸ ਨੂੰ ਆਪ ਪਰਮੇਸ਼ਰ ਗੁਰਾਂ ਨਾਲ ਮਿਲਦਾ ਹੈ, ਉਹੀ ਗੁਰਾਂ ਨੂੰ ਮਿਲਦਾ ਹੈ। ਇਸੇ ਪ੍ਰਕਾਰ ਜਿਸਨੂੰ ਆਪੇ ਮਿਲੇ ਸੋਏ। ਜਿਸ ਨੂੰ ਸਤਿਗੁਰੂ ਜੀ ਆਪਣੇ ਸਰੂਪ ਨਾਲ ਮੇਲ ਲੈਂਦੇ, ਉਹ ਪੁਰਖ ਮਿਲਦੇ ਹਨ। ਸੁਖਾ ਇਹੋ ਵਿਵੇਕ ਹੈ। ਜੀਵ ਈਸ਼ ਦੀ ਏਕਤਾ ਦੇ ਸੁਖ ਦਾ ਅਸਲੀ ਵਿਚਾਰ ਇਹੀ ਹੈ ਕਿ ਅੰਤਰ ਨਿਰਮਲ ਹੋਏ। ਅੰਦਰੋਂ ਮਨ ਉਜਲ ਹੋ ਜਾਂਦਾ ਹੈ। ਇਸੇ ਪ੍ਰਕਾਰ ਸੁਖਾ ਇਹੋ ਵਿਵੇਕ ਹੈ। ਇਹੀ ਜੀਵ ਈਸ਼ ਦੀ ਏਕਤਾ ਦੇ ਸੁਖ ਜਾਂ ਆਤਮਿਕ ਸੁਖ ਆਨੰਦ ਦੀ ਪ੍ਰਾਪਤੀ ਦਾ ਵਿਚਾਰ ਹੈ ਕਿ ਅੰਤਰ ਨਿਰਮਲ ਹੋਏ। ਜੋ ਹਿਰਦੇ ਦੇ ਅੰਦਰੋਂ ਮਲ ਵਖੇਬ ਤੋਂ ਰਹਿਤ ਹੋਣਾ ਹੈ। ਅਗਿਆਨ ਕਾ ਭ੍ਰਮ ਕੱਟਿਆ। ਜੋ ਅਗਿਆਨ ਕਰਕੇ ਸੰਸਾਰ ਦਾ ਭੇਦ ਭਰਮ ਕਰਤਾ ਪਰਮਾਦਿਕ ਪ੍ਰਤੀਤ ਹੋ ਰਿਹਾ ਸੀ, ਉਹ ਕੱਟਿਆ ਜਾਂਦਾ ਹੈ। ਗਿਆਨ ਪ੍ਰਾਪਤ ਹੋਏ। ਹਰ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਜਾਂ ਗਿਆਨ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਏਕੋ ਨਦਰੀ ਆਇਆ। ਸਤਿਗੁਰੂ ਸਾਹਿਬ ਜੀ ਕਦਰ ਕਰਦੇ ਨੇ ਕਿ ਗਿਆਨ ਸਰੂਪ ਦੀ ਪ੍ਰਾਪਤੀ ਵਾਲੇ ਪੁਰਖ ਨੂੰ ਇੱਕੋ ਪਰਮੇਸ਼ਰ ਹੀ ਦ੍ਰਿਸ਼ਟੀ ਆਇਆ ਹੈ। ਜਾਂ ਦੇਖਾਂ ਤਹ ਸੋਏ। ਉਹ ਜਿੱਥੇ ਵੀ ਵੇਖਦਾ ਉੱਥੇ ਹੀ ਉਹ ਪਰਮੇਸ਼ਰ ਵਿਆਪਕ ਦਿਖਦਾ। ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਪੌੜੀ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ, ਸੱਚਾ ਤਖਤ ਰਚਾਇਆ। ਸੱਚੇ ਪਰਮੇਸ਼ਰ ਨੇ ਸੰਸਾਰ ਰੂਪੀ ਤਖਤ ਰਚਾਉਣਾ ਬਣਾਉਣਾ ਕੀਤਾ ਹੈ। ਬਸਣ ਕੋ ਥਾਂ ਜਾਈ। ਉਹਨਾਂ ਆਪਣੇ ਜੀਵਾਂ ਦੇ ਬੈਠਣ ਨੂੰ 14 ਲੋਕਾਂ ਤ੍ਰਿਭੁਵਨਾਂ ਖੰਡਾਂ ਬ੍ਰਹਿਮੰਡਾਂ ਰੂਪੀ ਜਗ੍ਹਾ ਬਣਾਈ ਹੈ। ਇਸੇ ਪ੍ਰਕਾਰ ਸੱਚਾ ਤਖਤ ਰਚਾਇਆ। ਸੱਚੇ ਪਰਮੇਸ਼ਰ ਨੇ ਮੇਰੇ ਖੱਬੇ ਹੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਾਜਣ ਵਾਲਾ ਪ੍ਰਕਾਸ਼ ਵਾਲਾ ਇਹ ਸੱਚਾ ਤਖਤ ਰਚਾਇਆ ਹੈ। ਤਖਤ ਰਾਜਾ ਸੋਭ ਹੈ, ਜੇ ਤਖਤ ਲਾਇਕ ਹੋਈ। ਇਹ ਤਖਤ ਦਾ ਰਾਜਾ ਹੈ, 10 ਪਾਤਸ਼ਾਹੀਆਂ ਦੀ ਜੋਤ ਹੈ। ਇਹ ਸੱਚੇ ਪਰਮੇਸ਼ਰ ਨੇ ਖੁਦ ਆਪ ਰਚਾਇਆ ਹੋਇਆ ਹੈ। ਮੈਨੂੰ ਯਾਦ ਹੈ ਭਈ ਇੱਕ ਬਹਾਦਰਪੁਰ ਨਗਰ ਹੈ, ਬਹਾਦਰਪੁਰ। ਅੱਜ ਤੋਂ 17-18 ਸਾਲ ਪਹਿਲਾਂ ਦੀ ਗੱਲ ਹੋਊਗੀ। ਹੁਣ ਵੀ ਮੈਂ ਜਾ ਕੇ ਸਪੈਸ਼ਲ ਉੱਥੇ ਮੱਥਾ ਟੇਕ ਕੇ ਆਇਆ, ਦਰਸ਼ਨ ਕਰਕੇ ਆਇਆ। ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਨਵਾਂ ਹੀ ਬਣਿਆ ਸੀ, ਤਿਆਰੀ ਅਜੇ ਹੋਣੀ ਸੀ।
ਤੇ ਥੜਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਅਜੇ ਪਲਸਤਰੀ ਹੋਇਆ ਸੀ, ਟੈਲ ਟੂ ਲੱਗਣੀ ਸੀਗੀ। ਕਿਸੇ ਮਹਾਂਪੁਰਖ ਦਾ ਦੀਵਾਨ ਲਗਾਉਣਾ ਸੀਗਾ ਸੰਤਾਂ ਦੇ ਸ਼ਰਧਾਲੂਆਂ ਨੇ, ਤੇ ਉਹਨਾਂ ਸ਼ਰਧਾਲੂਆਂ ਦੀ ਠੀਕ ਸ਼ਰਧਾ ਸੀਗੀ। ਸ਼ਰਧਾ ਹੋਣੀ ਵੀ ਚਾਹੀਦੀ ਹੈ, ਕਿਉਂਕਿ ਸੰਤ ਕੀਰਤਨ ਬੜਾ ਸੋਹਣਾ ਕਰਦੇ, ਪਰ ਸ਼ਰਧਾ ਹੱਦੋਂ ਵੱਧ ਵੀ ਮਾੜੀ ਹੁੰਦੀ ਹੈ। ਉਹਨਾਂ ਨੇ ਜਿੱਦ ਕੀਤੀ ਵੀ ਜਿੱਥੇ ਥੜਾ ਹੈ ਇਹਦੇ 'ਤੇ ਸੰਤ ਬੈਠ ਕੇ ਕੀਰਤਨ ਕਰਨਗੇ। ਉਹ ਇੰਨਾ ਲੜਾਈ ਝਗੜਾ ਹੋਇਆ ਜੀ, ਮੈਂ ਤਾਂ ਖਫੇ ਹੋ ਗਿਆ। ਭੱਜਣ ਨੂੰ ਰਾਹ ਨਾ ਲੱਭੇ, ਬੋਲ ਤਾਂ ਬੈਠੇ ਸਿੰਘਾਂ ਦੇ ਆਖੇ। ਬੜੀ ਮੁਸ਼ਕਿਲ ਕੰਮ ਵੱਲ ਆਏ ਆ। ਉਹ ਪੁਲਿਸ ਤੱਕ ਨੌਬਤ ਪਹੁੰਚਣ ਵਾਲੀ। ਸਿਰਫ ਇੱਕੋ ਹੀ ਗੱਲ ਵੀ ਜਿਹੜਾ ਥੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਬਣਿਆ, ਇਹ ਤਖਤ ਉਹਨਾਂ ਦਾ ਹੈ। ਬੰਦਾ ਸੰਤ ਹੈ, ਬ੍ਰਹਮ ਗਿਆਨੀ ਹੈ, ਕੀਰਤਨੀਆ ਹੈ, ਪਰ ਭਗਵਾਨ ਦਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਹੀ ਨੇ। ਤੇ ਇਸ ਵਾਸਤੇ ਪੁੰਜੇ ਬਹਿ ਕੇ ਕੀਰਤਨ ਕਰਨ, ਚਾਦਰ ਵਿਛਾ ਦੇਣ, ਵੱਧ ਤੋਂ ਵੱਧ ਕੋਈ ਤਖਤ ਪੋਸ਼ ਲਾ ਦੇਣ, ਪਰ ਜਿਹੜਾ ਥੜਾ ਅਜੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਇਆ ਹੀ ਨਹੀਂ, ਜਿਨ੍ਹਾਂ ਲਈ ਬਣਿਆ ਹੈ, ਤੇ ਬੰਦਾ ਪੁੱਛਣ ਵਾਲਾ ਹੋਏ ਵੀ ਆਪਾਂ ਕੌਣ ਉੱਥੇ ਚੌਂਕੜਾ ਮਾਰਨ ਵਾਲੇ? ਬਈ ਬਣਿਆ ਤਾਂ ਮਹਾਰਾਜ ਵਾਸਤੇ ਆ। ਤੁਸੀਂ ਦੱਸੋ, ਇਹਦਾ ਜਵਾਬ ਦਿਓ, ਮੈਂ ਸਹੀ ਹਾਂ ਕਿ ਗਲਤ ਹਾਂ? ਫਿਰ ਹੱਥ ਜੋੜ ਕੇ ਮਸਾਂ ਹੀ ਛੁੱਟੇ। ਬੜੀ ਮੁਸ਼ਕਿਲ ਪੈ ਗਈ। ਹੁਣ ਉੱਥੇ ਆਲੀਸ਼ਾਨ ਸੁੰਦਰ ਗੁਰਦੁਆਰਾ ਬਣਿਆ ਹੋਇਆ। ਇਹ ਜਿਹੜਾ ਨਗਰ ਹੈ ਬਹਾਦਰਪੁਰ, ਚੀਮੇ ਪਿੰਡ ਦੇ ਬਿਲਕੁਲ ਨਾਲ ਹੈ। ਬਾਬੇ ਅਤਰ ਸਿੰਘ ਮਸਤੂਆਣੀ ਵਾਲਿਆਂ ਦਾ ਵੀ ਉੱਥੇ ਸੰਬੰਧ ਹੈ ਕੁਛ। ਸੋ ਕਹਿਣ ਤੋਂ ਭਾਵ ਇਹ ਹੈ ਵੀ ਇਹ ਜਿਹੜਾ ਤਖਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਖੁਦ ਆਪ ਸੱਚਖੰਡ ਹਰਿਮੰਦਰ ਸਾਹਿਬ ਬਣਾਇਆ ਤੇ ਗੁਰਤਾ ਗੱਦੀ ਦੇ ਮਾਲਕ ਸੀਗੇ। ਗੁਰੂ ਮਹਾਰਾਜ ਉਹਨਾਂ ਚਿਰ ਤਾਂ ਚੌਂਕੜਾ ਮਾਰ ਕੇ ਅੰਦਰ ਬੈਠਦੇ ਰਹੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ। ਪਰ ਜਿਸ ਦਿਨ ਤੋਂ 1661 ਸੰਮਤ ਬਿਕਰਮੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕੀਤਾ, ਗੁਰੂ ਸਾਹਿਬ ਖੁਦ ਆਪ ਗ੍ਰੰਥੀ ਨਹੀਂ ਲੱਗੇ, ਬਾਬੇ ਬੁੱਢੇ ਨੂੰ ਲਾਇਆ ਵੀ ਇਹ ਗੁਰੂ ਘਰ ਦਾ ਸੇਵਾਦਾਰ ਹੈ, ਇਹਦੀ ਗੱਦੀ ਇਹਦੀ ਹੈ। ਆਪ ਪਾਸੇ ਲੰਬੇ ਹੋ ਗਏ। ਗੁਰੂ ਗ੍ਰੰਥ ਸਾਹਿਬ ਨੂੰ ਬਣਾਉਣ ਵਾਲੇ ਗੁਰੂ ਅਰਜਨ ਸਾਹਿਬ, ਬਾਣੀ ਉਚਾਰਨ ਵਾਲੇ ਗੁਰੂ ਅਰਜਨ ਸਾਹਿਬ, ਹਰਿਮੰਦਰ ਸਾਹਿਬ ਦੀ ਰਚਨਾ ਕਰਨ ਵਾਲੇ ਗੁਰੂ ਅਰਜਨ ਸਾਹਿਬ, ਪਰ ਲੰਬੇ ਹੋ ਗਏ ਵੀ ਮਨਾ ਤੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਬਹਿਣਾ। ਲੋਕਾਂ ਮੱਥਾ ਟੇਕਣਾ, ਕਿਸੇ ਦੀ ਸਮਝ ਇਹ ਨਾ ਹੋਵੇ ਵੀ ਆਪਾਂ ਗੁਰੂ ਅਰਜਨ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ। ਆਪ ਵੀ ਉੱਥੇ ਬਹਿ ਕੇ ਚੌਰ ਕਰ ਸਕਦੇ ਸੀ, ਨਹੀਂ, ਹਜ਼ੂਰੀ 'ਚ ਨਹੀਂ ਬੈਠੇ, ਲਾਂਬੇ ਹੋ ਗਏ। ਰਾਗੀਆਂ ਦੀ ਪਿੱਠ ਪਿੱਛੇ ਬੈਠੇ, ਰਾਗੀਆਂ ਨੂੰ ਆਪ ਦੇ ਅੱਗੇ ਬਿਠਾਇਆ, ਕਿਉਂਕਿ ਬਾਣੀ ਦਾ ਕੀਰਤਨ ਜੋ ਕਰਨਾ ਸੁਣਾਉਣਾ। ਮੰਦਰ ਭਾਗ ਜੁਗਤ ਸਿਵ ਰਹਿਤਾ, ਇਹ ਪਟਾ ਨੇ ਸਵਈਆਂ ਦੇ ਵਿੱਚ ਫਰਮਾਨ ਕੀਤਾ ਕਿ ਹਰਿਮੰਦਰ ਸਾਹਿਬ ਦੇ ਭਾਗ ਇੱਕ ਹਿੱਸੇ ਵਿੱਚ ਜੁਗਤ ਜੁੜ ਕੇ ਕੀਰਤਨ ਦੇ ਵਿੱਚ ਰਾਗੀਆਂ ਦੇ ਪਿੱਛੇ ਹੋ ਕੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਰਹਿੰਦੇ। ਵੱਧ ਤੋਂ ਵੱਧ ਇੱਕ ਨਹੀਂ, ਦੋ ਨਹੀਂ, 3 ਸ਼ਬਦ ਸੁਣਦੇ ਬਸ। ਜ਼ਿਆਦਾ ਟਾਈਮ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਰਹਿੰਦੇ। ਉਸ ਦਿਨ ਤੋਂ ਉਹ ਮਹਾਰਾਜ ਨੇ ਹਰਿਮੰਦਰ ਸਾਹਿਬ ਦੇ ਅੰਦਰ ਚੌਂਕੜਾ ਮਾਰ ਕੇ ਪੂਜਾ ਕਰਾਉਣੀ, ਮੱਥਾ ਟਿਕਾਉਣਾ ਬੰਦ ਕਰ ਦਿੱਤਾ ਵੀ ਇਹ ਜਿਹੜਾ ਤਖਤ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਰਾਗੀਆਂ ਦੇ ਮਗਰ ਸੰਗਤ 'ਚ ਬੈਠ ਕੇ ਆਮ ਸਿੱਖਾਂ ਵਾਂਗ 2-4 ਸ਼ਬਦ ਸੁਣ ਕੇ ਬਾਹਰ ਆ ਜਾਂਦੇ। ਤੇ ਮੰਜੀ ਸਾਹਿਬ ਆਪ ਦਾ ਵੱਖਰਾ ਗੁਰੂ ਸਾਹਿਬ ਨੇ ਥੜਾ ਬਣਾਇਆ, ਉੱਥੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸਨ। ਅੱਜ ਵੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਉੱਥੇ ਗੁਰੂ ਸਾਹਿਬ ਦੀ ਪਾਲਕੀ ਬਣੀ ਹੋਈ ਹੈ, ਉੱਥੇ ਹੀ ਕਥਾ ਹੁੰਦੀ ਹੈ। ਤੇ ਸਾਧ ਸੰਗਤ ਜੀਓ, ਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਬਣੇ,
वो भी अंदर नहीं बैठे। उन्होंने गुरु ग्रंथ साहिब जी नूं मत्था टेकना, पहला आपदा अमृत वेले उठना, उठ के इशनान करना, तो श्री जपजी साहिब जी का जबानी पाठ करना, श्री सुखमनी साहिब जी का जबानी पाठ करना, दो बाणियां का जबानी नितनेम करके रब रब कर दिया हरमंदिर साहिब आके मत्था टेकना। इन्ने चिर नूं आ टाइम आ जाना 6 बजे अज आसा दी वार का भोग पै गया हरमंदिर साहिब। तो जदों दिन चढ़ना तो गुरु साहब ने आप दा वखरा साध संगत जी थड़ा साहिब बनाया, ਉਹਦਾ नाम रखिया श्री अकाल तख्त साहिब। तो उत्थे बैठ के गुरु महाराज संगतां नूं दर्शन दिंदे ते संगतां नूं उपदेश दिया करदे सन। सचखंड श्री हरमंदिर साहिब गुरु ग्रंथ साहिब जी की हजूरी विच बैठ के अकाल तख्त के दर्शन नहीं हुंदे, ते पर अकाल तख्त तो साध संगत जीओ गुरु साहिब के दर्शन हुंदे हन। इंज गुरु महाराज साहब ने रचना रची। तो अज भी ये मर्यादा है, भावें श्री गुरु ग्रंथ साहिब जी सुखासन हो के आपदे निज स्थान श्री अकाल तख्त साहिब के अंदर जिहड़ा कोठा साहिब है उहदे विच विराजमान हो जाते, तो अंदर भावें सुंजा हो जाता, खाली हो जाता, पर जिथे गुरु साहिब का प्रकाश वाला स्थान है उत्थे आपां पैर भी नहीं रखते। धवाई सेवा करदियां होइयां पासे होके लंघी दा, दूरों ही पानी बाल्टी मारी दी है, दूरों ही साफ करी दा, गोडे ला के सिंह सेवादार उत्थे तौलियां मारदे ने, इत्थे महाराज दा तख्त है। तो इंज ये साध संगत रूपी गुरु ग्रंथ साहिब जी का तख्त रचाया है। बैसन कौं जाई अते संगत विच बैठण वास्ते पहली भूमिका, दूजी भूमिका, तीजी भूमिका आदि जगह बनाइया हुई ने। जा वेखो आ कितनी सोहनी जगह गुरुद्वारे की बनी हुई है। ये वाहिगुरु की कृपा ही है, वही दात है भी महाराज ने साढ़े वास्ते बैठन लई कितनी सोहनी जगह बनाई है। जिन्नियां संगतां हुंदियां ने इलाके के हिसाब नाल गिणती हुंदी है, उन्नी क जगह बना दी जाती है। इंज जे संगत वध जाए फिर बाहर बरांडा बना दिता जाता। श्री गुरु ग्रंथ साहिब सच्चे पातशाह जी दे अपने वास्ते तो एक बैडरूम सुखासन वाला स्थान ही बहुत है। जिहड़े 3 बैडरूम के बहुते स्वरूप ने वो साढ़े घरां 'च दर्शन देने वास्ते महाराज लई तां एडा तख्त ठीक है। तो बाकी जिन्ना भी प्रोविजन बनाई है किन्नी वेखो जगह 4 चफेरे ये साढ़े वास्ते है। ये गुरु साहिब की कृपा, जिन्ना वड्डा टब्बर होवे उन्ना वड्डा घर बनाउणा पैंदा, उन्नी पैली जमीन खरीदनी पैंदी है। पुत्त जो बहुते होए जायदाद भी उन्नी चाहिदी है। इस प्रकार सच्चा तख्त रचाया जिहड़ा श्री अकाल तख्त साहिब है ये सच्चे श्री गुरु हरगोबिंद साहिब ने आप रचाया है। जिस वक्त जून 84 का भाना वापरिया तो अकाल तख्त ढह ढेरी हो गया। बाद विच सरकार ने अपनी निगरानी उसकी उसारी करवाई, जो संगत नूं प्रवान नहीं हुई। तो महापुरखा ने मिल के वो सरकारी बनाई इमारत नूं आपदे हथीं वधा दिता। आख्या भी ये इमारत सरकारी पैसे नाल सरकारी निगरानी च बनी है, ये सानू प्रवान नहीं है। बाबा ठाकुर सिंह साहब जी 80 साल के बजुर्ग बाबे उन्होंने जकारा छड्डिया, कहंदे आओ साध संगत जी आपां आप बनाउंदे आ। सन 1991 की गल है, मेरे वेखण दीयां बातां ने सारे महापुरखों इकट्ठे किया। बाबे जगतार सो तरनताਰਨ वाले दिल्ली वाले बाबियां पूरी वाले बाबे सारियां इकट्ठे करके आख्या वो संगत जी अरदास करो भी आपदे हथीं आपदी दसां की किरत नाल इमारत तैयार करनी है। अरदासा सोधिया। जिस वक्त बिल्डिंग तो वधा दी तो जदों
ਥੜੇ ਤੇ ਗਿਣਤੀ ਮਾਰੀ ਤੇ ਮਹਾਂਪੁਰਖ ਆਪ ਖਲੋ ਗਏ। ਕਹਿੰਦੇ ਥੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਹੈ, ਖੁਦ ਆਪ ਬਣਾਇਆ ਆਪਦੇ ਹੱਥੀਂ, ਕੋਈ ਮਿਸਤਰੀ ਨਹੀਂ ਲਾਇਆ। ਬਾਬਾ ਬੁੱਢਾ ਸਾਹਿਬ ਉਹਨਾਂ ਨੇ ਇੱਟਾਂ ਫੜਾਈਆਂ ਨੇ ਤੇ ਭਾਈ ਗੁਰਦਾਸ ਸਾਹਿਬ ਨੇ ਗਾਰਾ ਬਣਾਇਆ ਹੈ। ਤਿੰਨਾਂ ਨੇ ਇਹ ਤਖਤ ਰਚਾਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੇਠਾਂ ਥੜਾ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪਦੇ ਹੱਥੀਂ ਬਣਾਈ ਹੋਈ ਯਾਦਗਾਰ ਹੈ। ਇਹ ਓਂਕਾਰ ਸੇਵਾ ਦੇ ਨਾਮ 'ਤੇ ਨਿਸ਼ਾਨੀਆਂ ਨਹੀਂ ਮਿਟਣੀਆਂ ਚਾਹੀਦੀਆਂ, ਪੁਰਾਤਨ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਣਾ ਚਾਹੀਦਾ। ਉਹ ਮਹਾਂਪੁਰਖਾਂ ਨੇ ਥੜਾ ਸਾਹਿਬ ਸਾਂਭਿਆ ਹੋਇਆ, ਵੀ ਇਹ ਗੁਰੂ ਸਾਹਿਬ ਦੇ ਆਪਦੇ ਹੱਥੀਂ ਬਣਾਇਆ ਹੋਇਆ। ਇਉਂ ਸੱਚੇ ਪਰਮੇਸ਼ਰ ਨੇ। ਜੇ ਕਹੀਏ ਵੀ ਅਕਾਲ ਤਖਤ ਕੀ ਹੈ ਜੀ, ਅੱਜ ਕੱਲ੍ਹ ਬਹੁਤੇ ਲੋਕ ਰੌਲਾ ਪਾਉਂਦੇ ਨੇ, ਇਹ ਰਾਜਨੀਤਿਕ ਬੰਦਿਆਂ ਨੇ। ਸਾਧ ਸੰਗਤ ਜੀ ਜੋ ਚਾਹਿਆ ਸੋ ਕਰਕੇ ਵਿਖਾ ਦਿੱਤਾ। ਸਾਡੀਆਂ ਨਿਗਾਹ ਦੇ ਵਿੱਚੋਂ ਸ੍ਰੀ ਅਕਾਲ ਤਖਤ ਦੀ ਮਰਯਾਦਾ ਨੂੰ ਡੇਗ ਦਿੱਤਾ, ਉੱਥੋਂ ਦੇ ਸੇਵਾਦਾਰਾਂ ਨੂੰ ਨਿਗਾਹ 'ਚੋਂ ਡੇਗ ਦਿੱਤਾ। ਕੋਈ ਸਤਿਕਾਰ ਦੇ ਨਾਲ ਬੋਲਦਾ ਤੱਕ ਨਹੀਂ। ਇੰਝ ਉਹਨਾਂ ਨੀਤੀਵਾਨ ਪੁਰਖਾਂ ਦੀ ਨੀਤੀ ਹੈ, ਜੋ ਕਿ ਬਿਲਕੁਲ ਗਲਤ ਹੈ। ਇਹ ਜਿਹੜਾ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਖੁਦ ਆਪਣਾ ਹੈ, ਅਤੇ ਜਿਹਦੇ 'ਤੇ ਕਿਰਪਾ ਹੁੰਦੀ ਹੈ ਉੱਥੇ ਸੇਵਾਦਾਰ ਲੱਗਦਾ ਹੈ, ਕਿਸੇ ਬੰਦੇ ਦਾ ਬਣਾਇਆ ਹੋਇਆ ਨਹੀਂ। ਮਹਾਰਾਜ ਦੀ ਮਰਜ਼ੀ ਤੋਂ ਬਗੈਰ ਤਾਂ ਕਹਿੰਦੇ ਪੱਤਾ ਵੀ ਨਹੀਂ ਹਿਲਦਾ। ਐਡੀ ਵੱਡੀ ਸੇਵਾ ਮਿਲਣੀ ਤੇ ਇਨਸਾਨ ਦੇ ਵੱਸ ਦੀ ਬਾਤ ਨਹੀਂ, ਇਹ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੈ। ਅਤੇ ਉੱਥੋਂ ਦੀ ਮਰਯਾਦਾ ਹੈ ਕਿ ਪੰਜ ਪਿਆਰੇ ਸਾਹਿਬਾਨ ਜਿੱਥੇ ਵੀ ਤਖਤ ਹੈ, ਸਿੱਖੀ ਦੇ ਪੰਜ ਤਖਤ ਨੇ। ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਬਠਿੰਡਾ, ਅਤੇ ਸ੍ਰੀ ਅਬਚਲ ਨਗਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਸ਼ਹਿਰ ਦੇ ਵਿੱਚ। ਇਹਨਾਂ ਪੰਜਾਂ ਤਖਤਾਂ ਦੀ ਮਰਯਾਦਾ ਹੈ ਕਿ ਇਹਨਾਂ ਦੇ ਸ਼ਸਤਰ ਸੁਭਾਈਮਾਨ ਹੁੰਦੇ ਨੇ। ਗੁਰੂ ਸਾਹਿਬ ਦੇ ਆਪਣੀ ਜਗ੍ਹਾ 'ਤੇ ਕੇਵਲ ਸ਼ਸਤਰ ਸਜਾਏ ਜਾਂਦੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੇਠਾਂ ਹੁੰਦਾ, ਉੱਥੇ ਗ੍ਰੰਥੀ ਸਿੰਘ ਬੈਠਦਾ, ਚੌਰ ਦੀ ਸੇਵਾ ਕਰਦਾ, ਅਤੇ ਪੰਜ ਪਿਆਰੇ ਸਾਹਿਬਾਨ ਹਰ ਵਕਤ ਹਾਜ਼ਰ ਹੁੰਦੇ ਨੇ। ਜਦੋਂ ਵੀ ਕੋਈ ਚਲੇ ਜਾਏ ਉਦੋਂ ਅੰਮ੍ਰਿਤ ਸੰਚਾਰ ਹੁੰਦਾ। ਪੰਜਾਂ ਤੋਂ ਵੱਧ ਜਦ ਪ੍ਰਾਣੀ ਇਕੱਠੇ ਹੋ ਜਾਣ, ਹਰ ਵਕਤ ਪੰਜ ਪਿਆਰੇ ਹਾਜ਼ਰ। ਅਤੇ ਇੰਝ ਉਹ ਤਖਤ ਦੇ ਉੱਪਰ ਸ਼ਸਤਰਾਂ ਨੂੰ ਸਤਿਕਾਰ ਸਹਿਤ ਬਿਰਾਜਿਆ ਹੋਇਆ, ਬਿਰਾਜਮਾਨ ਕੀਤਾ ਹੋਇਆ, ਅਤੇ ਉਹ ਤਖਤ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਨੇ। ਉਹ ਜਗ੍ਹਾ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੀ ਹੈ। ਬੈਸਨ ਕਉ ਜਾਈ, ਅਤੇ ਸੰਗਤ ਵਿੱਚ ਬੈਠਣ ਵਾਸਤੇ ਮਹਾਰਾਜ ਨੇ ਖੁੱਲ੍ਹੀ ਜਗ੍ਹਾ ਬਣਾਈ ਹੋਈ ਹੈ। ਗੁਰਦੁਆਰਾ ਸਾਹਿਬ ਤਿਆਰ ਕੀਤੇ ਹੋਏ ਨੇ। ਇਸੇ ਪ੍ਰਕਾਰ ਸੱਚਾ ਤਖਤ ਰਚਾਇਆ, ਜਿਨ੍ਹਾਂ ਦਾ ਸੱਚੇ ਪਰਮੇਸ਼ਰ ਨੇ ਅੰਤःਕਰਨ ਰੂਪੀ ਤਖਤ ਸ਼ੁਭ ਗੁਣਾਂ ਦੇ ਸਹਿਤ ਰਚਾ ਦਿੱਤਾ, ਬਣਾ ਦਿੱਤਾ ਹੈ। ਸਨ ਕਉ ਜਾਈ, ਉਹਨਾਂ ਨੂੰ ਬੈਠਣ ਵਾਸਤੇ ਤੁਅੰਗ ਪਦ ਲਾਖਰਤ ਤੇ ਤਤ ਪਦ ਲਾਖਰਤ ਰੂਪ ਜਗ੍ਹਾ ਪ੍ਰਾਪਤ ਹੋਈ ਹੈ। ਸਭ ਕੁਛ ਆਪੇ ਆਪ ਹੈ, ਸਭ ਕੁਝ ਪਰਮੇਸ਼ਰ ਆਪ ਹੀ ਆਪ ਹੈ। ਆਪ ਗੁਰ ਸ਼ਬਦ ਸੁਣਾਈ, ਇਹੀ ਪੂਰੇ ਗੁਰਾਂ ਨੇ ਉਪਦੇਸ਼ ਸਰਵਣ ਕਰਾਇਆ ਕਿ ਸਭ ਕੁਝ ਅਸਪਦ ਰੂਪ ਹੀ ਹੈ। ਆਪੇ ਕੁਦਰਤ ਸਾਜੀਆਂ ਨਾ, ਪਰਮੇਸ਼ਰ ਨੇ ਆਪ ਹੀ ਕੁਦਰਤ ਸ਼ਕਤੀ ਦੁਆਰਾ ਸ੍ਰਿਸ਼ਟੀ ਨੂੰ ਸਾਜਣਾ ਕੀਤਾ, ਰਚਨਾ ਕੀਤਾ ਹੈ। ਘਰ ਮਹਿਲ ਸਜ ਸਰਾਈ, ਅਤੇ ਜਿਹੜੀਆਂ ਸਰਾਵਾਂ ਬਣਾਉਣਾ ਕੀਤੀਆਂ, ਮਹਿਲ ਬਣਾਏ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਸਰਾਮ ਬੜੀ ਪੁਰਾਤਨ ਬਣੀ ਹੋਈ ਆ। ਤੁਹਾਡੇ ਨਜ਼ਦੀਕ ਗੁਰਦੁਆਰਾ ਅੰਬ ਸਾਹਿਬ ਹੈ, ਇੱਥੇ ਭਾਈ ਕੂਰਮ ਜੀ ਨਿਵਾਸ ਬਣਾਇਆ ਹੋਇਆ ਹੈ। ਜਿੱਥੇ ਗੁਰਦੁਆਰਾ ਹੈ ਉੱਥੇ ਸੰਗਤਾਂ ਦੀ ਸਹੂਲਤ ਵਾਸਤੇ ਸਰਾਵਾਂ ਵੀ ਬਣਾਈਆਂ ਨੇ, ਕਿਉਂਕਿ ਦੂਰ ਦਰੇਡਿਆਂ ਤੋਂ ਕਾਬਲ ਕੰਧਾਰ ਆਦਿ ਤੋਂ ਸੰਗਤਾਂ ਆਉਂਦੀਆਂ, ਅਤੇ ਰਿਹਾਇਸ਼ ਦਾ ਪ੍ਰਬੰਧ ਗੁਰੂ ਸਾਹਿਬ ਵੱਲੋਂ ਹੁੰਦਾ। ਇਉਂ ਮਹਾਰਾਜ ਨੇ ਆਪ ਹੀ ਪ੍ਰਤੱਖ ਮਹੱਲ ਹਰਿਮੰਦਰ ਸਾਹਿਬ
ਅੰਬ ਸਾਹਿਬ ਆਦਿਕ ਬਣਾਏ ਨੇ ਅਤੇ ਆਪ ਹੀ ਸਰਾਵਾਂ ਬਣਾਉਣਾ ਕੀਤੀਆਂ ਨੇ। ਨਾਭਾ ਸਾਹਿਬ ਦੀ ਇੱਕ ਮੈਂ ਸਟੋਰੀ ਪੜ੍ਹੀ। ਇੱਕ ਕੋਈ ਹਿੰਦੂ ਜੈਂਟਲਮੈਨ ਟ੍ਰੇਨਿੰਗ 'ਤੇ ਆਇਆ, ਉਹਦੇ ਪੈਸੇ ਮੁੱਕ ਗਏ। ਹੋਟਲ ਵਾਲਿਆਂ ਨੇ ਜਵਾਬ ਦੇ ਦਿੱਤਾ, ਟ੍ਰੇਨਿੰਗ ਪਤਾ ਨਹੀਂ ਲੰਬੀ ਚੱਲ ਗਈ ਜਾਂ ਪੈਂਡਿੰਗ ਪੈ ਗਿਆ। ਉਹ ਨੌਕਰੀ ਵਾਸਤੇ ਵਿਚਾਰਾ ਆਇਆ ਸੀ ਹਿੰਦੂ। ਕਿਸੇ ਨੂੰ ਉਹਨੇ ਪੁੱਛਿਆ ਵੀ ਗੱਲ ਇਸ ਤਰ੍ਹਾਂ ਬਣ ਗਈ ਵੀ ਪੈਸੇ ਪੂਸੇ ਹੈ ਨਹੀਂ, ਅਤੇ ਨੌਕਰੀ ਲਈ ਮੈਂ ਆਇਆ ਹਾਂ ਚੰਡੀਗੜ੍ਹ ਸ਼ਹਿਰ 'ਚ, ਮੇਰੇ ਵਰਗਾ ਤਾਂ ਰਹਿ ਨਹੀਂ ਸਕਦਾ, ਖਲੋਣਾ ਬਹਿਣਾ ਔਖਾ ਹੈ, ਪੈਸੇ ਤੋਂ ਬਗੈਰ ਤਾਂ ਕੋਈ ਗੱਲ ਨਹੀਂ ਕਰਦਾ, ਵੀ ਹੁਣ ਕੀ ਕਰੀਏ। ਉਹ ਕਿਸੇ ਪ੍ਰੇਮੀ ਨੇ ਦੱਸਿਆ, ਗੁਰਸਿੱਖ ਨੇ, ਵੀ ਇੱਥੋਂ ਬਾਹਰ ਨਿਕਲ ਜਾ, ਅਤੇ ਗੁਰਦੁਆਰਾ ਨਾਢਾ ਸਾਹਿਬ ਹੈ 10ਵੇਂ ਪਾਤਸ਼ਾਹ ਦਾ ਸਥਾਨ, ਉੱਥੇ ਤੈਨੂੰ ਫ੍ਰੀ ਰੱਖ ਲੈਣਗੇ। ਉਹਨੇ ਦੱਸਿਆ ਵੀ ਮੈਂ ਉੱਥੇ ਆਇਆ, ਨਾਲੇ ਤਾਂ ਪ੍ਰਸ਼ਾਦਾ ਛਕਿਆ, ਮਨ ਬੜਾ ਖੁਸ਼ ਹੋਇਆ, ਮੱਥਾ ਟੇਕਿਆ, ਪੱਖੇ ਥੱਲੇ ਬੈਠਾ, ਕੋਈ ਕਿਰਾਇਆ ਨਹੀਂ। ਮੈਂ ਵੇਖਿਆ ਵੀ ਏਅਰਪੋਰਟ 'ਤੇ ਘੰਟਾ 2 ਘੰਟੇ ਕਿਤੇ ਬਹਿਣਾ, ਵੇਟਿੰਗ ਰੂਮ, ਉਹਦੀ ਟਿਕਟ ਹੈ, ਹੁਣ ਪਤਾ ਨਹੀਂ ਕਿੰਨੀ ਹੋ ਗਈ ਹੋਊਗੀ, ਬੈਠਣ ਦੀ ਟਿਕਟ ਹੈ। ਇੱਥੇ ਟਿਕਟ ਕੋਈ ਨਹੀਂ, ਬਹਿਣ ਖਲੋਣ ਦੀ ਕੋਈ ਐਂਟਰੀ ਫੀਸ ਨਹੀਂ, ਕਿਸੇ ਨੇ ਪੁੱਛਣਾ ਨਹੀਂ ਵੀ ਕਿੱਧਰੋਂ ਆਏ ਹੋ, ਚੌਂਕੜਾ ਮਾਰੂ, ਰੱਬ ਦਾ ਨਾਮ ਲਓ। ਫਿਰ ਬੇਨਤੀ ਕੀਤੀ ਵੀ ਇੰਝ ਗੱਲ ਹੈ, ਉਹਨੂੰ ਕਮਰਾ ਦਿੱਤਾ ਗਿਆ, ਉਹ ਅਫਸਰ ਲੱਗ ਗਿਆ ਜੀ, ਅਤੇ ਫਿਰ ਉਹ ਦਰਸ਼ਨ ਕਰਨ ਵਾਸਤੇ ਸਪੈਸ਼ਲ ਆਇਆ, ਔਰ ਉਹਨੇ ਆਪ ਦੀ ਇੰਟਰਵਿਊ ਦਿੱਤੀ ਚੈਨਲ ਦੇ ਉੱਪਰ, ਜੋ ਮੈਂ ਉਹਦੀ ਗੱਲ ਤੋਂ, ਉਹਦੇ ਮੂੰਹ ਤੋਂ ਸੁਣੀ ਹੈ। ਕਹਿੰਦਾ ਵੀ ਧੰਨ ਹੈ ਗੁਰੂ, ਅਤੇ ਧੰਨ ਹੈ ਗੁਰੂ ਦੀ ਸਿੱਖੀ, ਜਿੱਥੇ ਆਏ ਗਏ ਨੂੰ ਰੋਟੀ ਮਿਲਦੀ ਹੈ ਫ੍ਰੀ ਦੇ ਵਿੱਚ, ਅਤੇ ਰਹਿਣ ਦੀ ਜਗ੍ਹਾ ਮਿਲਦੀ ਹੈ। ਤੋ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਆਪ ਦੀ ਕਿਰਪਾ ਹੈ। ਕਰ ਮਹਿਲ ਸਰਾਈ, ਨਾਲੇ ਤਾਂ ਮਹੱਲ ਬਣਾਏ ਨੇ ਦਰਸ਼ਨ ਮੇਲਿਆਂ ਵਾਸਤੇ, ਪੂਜਾ ਪਾਠ ਵਾਸਤੇ, ਨਾਲੇ ਸਰਾਵਾਂ ਬਣਾ ਦਿੱਤੀਆਂ ਵੀ ਜੇ ਥਕਾਵਟ ਹੋ ਗਈ ਜਾਂ ਕਿਤੇ ਜਾ ਨਹੀਂ ਪਾਏ ਤਾਂ ਸਰਾਂ ਦੇ ਵਿੱਚ ਆਪ ਦਾ ਨਿਵਾਸ ਕਰੋ। ਇਸੇ ਪ੍ਰਕਾਰ ਕਾਰ ਮਹਲ ਸਰਾਈ, ਬੈਕੁੰਠ ਰੂਪੀ ਮਹੱਲ ਤੇ ਸਵਰਗ ਬ੍ਰਹਮ ਲੋਕ ਆਦਿਕ ਸਰਾਵਾਂ ਦੀ ਤਰ੍ਹਾਂ ਬਣਾਉਣਾ ਕੀਤੇ ਹਨ। ਇਸੇ ਪ੍ਰਕਾਰ ਕਾਰ ਮਹਲ ਸਰਾਈ, ਮਨੁੱਖਾ ਜਨਮ ਰੂਪੀ ਮਹੱਲ ਤੇ ਬਾਕੀ ਜੂਨਾਂ ਸਰਾਵਾਂ ਦੀ ਤਰ੍ਹਾਂ ਬਣਾਉਣਾ ਕੀਤੀਆਂ ਨੇ। ਇਸੇ ਪ੍ਰਕਾਰ ਆਪੇ ਕੁਦਰਤ ਸਾਜੀਆਂ ਨਾ, ਜਿਨ੍ਹਾਂ ਦੇ ਚਿੱਤ ਨੂੰ ਪਰਮੇਸ਼ਰ ਨੇ ਆਪ ਆਪਣੀ ਭਗਤੀ ਰੂਪ ਸ਼ਕਤੀ ਦੇ ਕੇ ਬ੍ਰਹਮ ਗਿਆਨ ਦੇ ਸਹਿਤ ਸਜਾ ਦਿੱਤਾ ਹੈ। ਕੁਦਰਤ ਦਾ ਅਰਥ ਸ਼ਕਤੀ ਹੈ, ਸ਼ਕਤੀ ਭਗਤੀ ਹੋਈ ਹੈ। ਕਾਰ ਮਹਲ ਸਰਾਈ, ਉਹਨਾਂ ਦਾ ਸ਼ੁੱਧ ਅੰਤःਕਰਨ ਰੂਪੀ ਮਹੱਲ ਬਣਾ ਦਿੱਤਾ ਹੈ ਅਤੇ ਅੰਤःਕਰਨ ਦੇ ਅੰਦਰ ਦੈਵੀ ਗੁਣਾ ਰੂਪੀ ਸਰਾਵਾਂ ਬਣਾਉਣਾ ਕੀਤੀਆਂ ਨੇ। ਇਸੇ ਪ੍ਰਕਾਰ ਆਪੇ ਕੁਦਰਤ ਸਾਜੀਆਂ ਨਾ, ਪਰਮੇਸ਼ਰ ਨੇ ਆਪਣੀ ਕੁਦਰਤ ਦੁਆਰਾ ਸਾਧ ਸੰਗਤ ਰੂਪੀ ਮਹੱਲ ਨੂੰ ਸਜਾਉਣਾ ਕੀਤਾ ਹੈ। ਕਾਰ ਮਹਲ ਸਰਾਈ, ਹਰ ਸਰਾਵਾਂ ਦੀ ਤਰ੍ਹਾਂ ਸਾਰਾ ਸੰਸਾਰ ਜਗਿਆਸੂਆਂ ਦੇ ਸਰੀਰ ਬਣਾਏ ਨੇ। ਇਸੇ ਪ੍ਰਕਾਰ ਆਪੇ ਕੁਦਰਤ ਸਾਜੀਆਂ ਨਾ, ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਨੇ ਆਪਣੀ ਕੁਦਰਤ ਦੁਆਰਾ ਗਿਆਨ ਨੂੰ ਸਜਾਉਣਾ ਕੀਤਾ ਹੈ। ਕਾਰ ਮਹਲ ਸਰਾਈ, ਉਹਨਾਂ ਨੇ ਸੰਸਾਰ ਨੂੰ ਸਰਾਂ ਮੁਸਾਫਰਖਾਨੇ ਦੀ ਤਰ੍ਹਾਂ ਸਮਝਿਆ ਅਤੇ ਸਰੂਪ ਰੂਪੀ ਮਹੱਲ ਦੀ ਪ੍ਰਾਪਤੀ ਕਰ ਲਈ ਹੈ। ਚੰਦ ਸੂਰਜ ਦੋਏ ਚਾਨਣੇ, ਚੰਦਰਮਾ ਅਤੇ ਸੂਰਜ ਦੋ ਪ੍ਰਕਾਸ਼ ਵਾਸਤੇ ਇੱਕ ਦੀਵੇ ਬਣਾਏ ਨੇ। ਦੋਏ ਦੀਵੇ 14 ਹਟਣ ਵਾਲੇ ਇਹ ਚਾਨਣੇ ਬਣਾਏ ਹਨ। ਪੂਰੀ ਬਣਤ ਬਣਾਈ, ਇਉਂ ਸੰਸਾਰ ਦੀ ਪੂਰੀ ਬਣਾਵਟ ਸਜਾਵਟ ਬਣਾਉਣਾ ਕੀਤੀ ਹੈ।
ਇਸੇ ਪ੍ਰਕਾਰ ਚੰਦ ਸੂਰਜ ਦੁਇ ਚਾਨਣੇ। ਚੰਦਰਮਾ ਸੂਰਜ ਭਾਵ ਸੱਜਾ ਤੇ ਖੱਬਾ ਦੋਵੇਂ ਨੇਤਰ ਚਾਨਣ ਵਾਲੇ ਵੇਖਣ ਵਾਸਤੇ ਬਣਾਉਣਾ ਕੀਤੇ ਹਨ। ਪੂਰੀ ਬਣਤ ਬਣਾਈ। ਇਕੱਲੇ ਨੇਤਰ ਹੀ ਨਹੀਂ ਬਣਾਏ, ਹੱਥਾਂ ਤੇ ਇੰਦਰੀਆਂ ਦੇ ਸਮੇਤ ਪੂਰੇ ਸਰੀਰ ਦੀ ਬਣਾਵਟ ਬਣਾਉਣਾ ਕੀਤੀ ਹੈ। ਇਸੇ ਪ੍ਰਕਾਰ ਚੰਦ ਸੂਰਜ ਦੋਇ ਚਾਨਣੇ। ਚੰਦਰਮਾ ਦੀ ਤਰ੍ਹਾਂ ਹੈ ਵਿਰਾਗ ਤੇ ਸੂਰਜ ਦੀ ਤਰ੍ਹਾਂ ਹੈ ਵਿਵੇਕ। ਇਹ ਵੈਰਾਗ ਤੇ ਵਿਵੇਕ ਰੂਪ ਹੈ। ਦੋ ਦੀਵੇ ਗਿਆਨ ਦੇ ਚਾਨਣੇ ਪ੍ਰਕਾਸ਼ ਕਰਨ ਵਾਸਤੇ ਬਣਾਏ ਨੇ। ਪੂਰੀ ਬਣਤ ਬਣਾਈ। ਇੰਜ ਪੂਰੀ ਬ੍ਰਹਮ ਵਿਦਿਆ ਦੀ ਬਣਾਵਟ ਬਣਾਈ ਹੈ। ਇਸੇ ਪ੍ਰਕਾਰ ਚੰਦ ਸੂਰਜ ਦੋਇ ਚਾਨਣੇ। ਜਿਨ੍ਹਾਂ ਨੇ ਪਰੋਖ ਗਿਆਨ ਰੂਪੀ ਚੰਦਰਮਾ ਅਤੇ ਅਪਰੋਖ ਗਿਆਨ ਰੂਪੀ ਸੂਰਜ ਇਹ ਦੋ ਆਤਮਕ ਸਵੈ ਸਰੂਪ ਦਾ ਪ੍ਰਕਾਸ਼ ਕਰਨ ਵਾਸਤੇ ਬਣਾਏ ਹਨ। ਪੂਰੀ ਬਣਤ ਬਣਾਈ। ਉਹਨਾਂ ਨੇ ਪੂਰਨ ਤੁਰਿਆਪਾਦੀ ਪ੍ਰਾਪਤੀ ਦੀ ਸੋਹਣੀ ਬਣਾਵਟ ਬਣਾਈ ਹੈ। ਆਪੇ ਵੇਖੈ ਸੁਣੀ ਆਪ। ਜੋ ਪਰਮੇਸ਼ਰ ਆਪ ਹੀ ਸਾਰਿਆਂ ਦੇ ਕਰਤੱਵਾਂ ਨੂੰ ਵੇਖਣ ਵਾਲਾ ਤੇ ਆਪ ਹੀ ਸਭਨਾਂ ਦੀਆਂ ਗੁਪਤ ਗੱਲਾਂ ਨੂੰ ਸੁਣਨ ਵਾਲਾ ਹੈ। ਗੁਰ ਸ਼ਬਦ ਧਿਆਈ। ਉਸ ਨੂੰ ਗੁਰ ਉਪਦੇਸ਼ ਦੁਆਰਾ ਧਿਆਉਣਾ ਕਰੀਦਾ। ਇਸੇ ਪ੍ਰਕਾਰ ਆਪੇ ਵੇਖੈ ਸੁਣੀ ਆਪ। ਪਰਮੇਸ਼ਰ ਆਪ ਹੀ ਤਤ ਬੇਤਾ ਹੋ ਕੇ ਵੇਖਦਾ, ਆਪ ਹੀ ਅਧਿਕਾਰੀ ਹੋ ਕੇ ਉਪਦੇਸ਼ ਨੂੰ ਸੁਣਦਾ ਹੈ। ਗੁਰ ਸ਼ਬਦ ਧਿਆਈ। ਜਿਹੜੇ ਗੁਰੂ ਉਪਦੇਸ਼ ਦੁਆਰਾ ਉਸ ਨੂੰ ਧਿਆਉਂਦੇ ਨੇ ਉਹਨਾਂ ਨੂੰ ਸਾਰਿਆਂ 'ਚ ਵਿਆਪਕ ਪਰਮੇਸ਼ਰ ਆਪਣਾ ਆਪ ਰੂਪ ਦਿਸਾਉਂਦਾ ਹੈ। ਅਤੇ ਵਾਹ ਵਾਹ ਸੱਚੇ ਪਾਤਸ਼ਾਹ। ਆ ਧਿਆਨ ਨਾਲ ਸੁਣਿਓ, ਆ ਪੰਕਤੀ ਜਿਹੜੀ ਹੈ ਸਾਧ ਸੰਗਤ ਜੀ ਉਹ ਸੰਪਰਦਾ ਦੇ ਵਿੱਚ ਬੜੀ ਅਹਿਮੀਅਤ ਰੱਖਦੀ ਹੈ। ਉਹ ਗੁਰਮੁਖ ਜਨ ਇਹੀ ਜਪਦੇ ਰਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਵਾਹੋ ਵਾਹੋ ਤੂੰ ਅਚਰਜ ਸਰੂਪ ਹੈ ਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ। ਔਰ ਤੂੰ ਸੱਚੀ ਮਹਿਮਾ ਵਾਲਾ ਹੈ। ਰਹਾਉ। ਸਤਿਗੁਰੂ ਮਹਾਰਾਜ ਕਹਿੰਦੇ ਠਹਿਰ ਜਾਓ, ਰੁਕੋ, ਜਾਂ ਚੁੱਪ ਕਰ ਜਾਈਏ। ਫਿਰ ਕੁਝ ਕੁ ਧਿਆਨ ਇਕਾਗਰ ਹੁੰਦਾ ਵੀ ਬੰਦਾ ਚੁੱਪ ਕਿਉਂ ਕਰ ਗਿਆ, ਠਹਿਰ ਕਿਉਂ ਗਿਆ, ਇੱਕਦਮ ਭੱਜਾ ਜਾਂਦਾ ਸੀਗਾ, ਰੁਕ ਕਿਉਂ ਗਿਆ, ਬ੍ਰੇਕ ਕਿਉਂ ਲੱਗ ਗਈ, ਆਸੇ ਪਾਸੇ ਵੇਖੀਦਾ। ਇਹ ਰਹਾਉ ਦਾ ਮਤਲਬ ਇਹ ਹੈ ਵੀ ਧਿਆਨ ਇਕਾਗਰ ਕਰੋ ਭਾਈ, ਕੁਝ ਮਿੰਟ ਆਪਾਂ ਇੱਥੇ ਰੁਕਣਾ ਹੈ, ਉਹ ਤੋਂ ਬਾਅਦ ਇੱਥੇ ਹੀ ਸਮਾਪਤੀ ਕਰ ਦੇਣੀ ਹੈ। ਇਹ ਜੋ ਪੰਕਤੀ ਹੈ ਇਹ ਰਹਾਉ ਵਾਲੀ ਇਕੱਲੀ ਇਸੇ ਵਾਰ ਵਿੱਚ ਹੀ ਹੈ। 22 ਵਾਰਾਂ ਦੇ ਵਿੱਚੋਂ ਕਿਸੇ ਵਾਰ ਦੇ ਵਿੱਚ ਰਹਾਉ ਨਹੀਂ ਆਉਂਦਾ, ਨਾ ਤਾਂ ਸਲੋਕ 'ਚ, ਨਾ ਮਹੱਲੇ 'ਚ, ਨਾ ਪੌੜੀ 'ਚ। ਮਸਲਾ ਇੰਝ ਹੈ ਵੀ ਜਿਹੜੀ ਵਾਰ ਦੀ ਧੁਨੀ ਗੁਰੂ ਹਰਗੋਬਿੰਦ ਸਾਹਿਬ ਨੇ ਚੜ੍ਹਾਈ ਹੈ, ਜੋਧਾ ਵੀਰ ਹੈ ਪੂਰਬਾਣੀ ਦੀ ਧੁਨੀ, ਉਹ ਪੌੜੀ ਦੀਆਂ ਸੀ 6 ਪੰਕਤੀਆਂ। ਅਤੇ ਇਹ ਜਿੰਨੀ ਰਾਮਕਲੀ ਦੀ ਵਾਰ ਦੀ ਪੌੜੀ ਦੀਆਂ ਪੰਕਤੀਆਂ ਨੇ, ਆ ਤਾਂ ਪਹਿਲੀ ਪੌੜੀ ਹੈ, ਇਹਦੇ ਤੋਂ ਇਲਾਵਾ ਜਿੰਨੀਆਂ ਪੌੜੀਆਂ ਨੇ ਸਭਨਾਂ ਦੀਆਂ 5-5 ਪੰਕਤੀਆਂ ਨੇ। ਇੱਥੇ ਵੀ 5ਵੀਂ ਪੰਕਤੀ 'ਤੇ ਆਪੇ ਵੇਖਿਆ ਸੁਣੇ ਆਪ ਗੁਰ ਸ਼ਬਦ ਧਿਆਈ ਤੇ ਏਕਾ ਹੈ। ਇਹ ਰਹਾਉ ਵਾਲੀ ਪੰਕਤੀ ਸ਼ਾਇਦ ਗੁਰੂ ਅਰਜਨ ਸਾਹਿਬ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹਦੇ 'ਤੇ ਧੁਨੀ ਗੁਰੂ ਹਰਗੋਬਿੰਦ ਸਾਹਿਬ ਨੇ ਚੜਾਉਣੀ, ਉਹਨਾਂ ਪਹਿਲਾਂ ਹੀ ਲਿਖ ਦਿੱਤੀ ਰਹਾਉ ਵਾਲੀ ਪੰਕਤੀ। ਇਹ ਗੁਰੂ ਸਾਹਿਬ ਦਾ ਆਪ ਦਾ ਕੌਤਕ ਹੈ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਦੇ ਕੋਲੋਂ ਕੁਝ ਨਹੀਂ ਲਾਇਆ, ਧੁਨੀ ਜੋ ਚੜ੍ਹਾਈ ਹੈ ਅਤੇ ਧੁਨੀ ਦੀਆਂ ਮਾਤਰਾਵਾਂ ਹੁੰਦੀਆਂ ਨੇ, ਤਾਂ ਮਹਾਰਾਜ ਨੇ ਆਖਿਆ ਵੀ ਇਹਦੀਆਂ 5-5 ਪੰਕਤੀਆਂ ਨੇ। ਅਤੇ ਜਿਹੜੀ ਧੁਨੀ ਚੜ੍ਹਾਈ ਹੈ ਜੋਧਾ ਵੀਰ ਹੈ ਪੂਰਬਾਣੀ ਦੀ ਵਾਰ ਦੀ, ਉਹਦੀਆਂ 6-6 ਪੰਕਤੀਆਂ ਨੇ। ਰਾਗੀਆਂ ਢਾਡੀਆਂ ਨੂੰ ਇੱਥੋਂ ਤੱਕ ਵੀ ਜਿੰਨਾ ਪਾਠ ਕਰਨਾ, ਬਹੁਤੇ ਪਾਠ ਤਾਂ ਉਦੋਂ ਚੱਲਦੇ ਨਹੀਂ ਸੀ, ਸਾਰਿਆਂ ਨੂੰ ਹੁਕਮ ਕਰਤਾ ਮਹਾਰਾਜ ਨੇ ਵੀ ਜਦ ਵੀ ਵਾਰ ਪੜ੍ਹਨੀ ਜਾਂ ਗਾਉਣੀ ਹੈ, ਆਹ ਜਿਹੜੀ ਰਹਾਉ ਵਾਲੀ ਪੰਕਤੀ ਹੈ, ਜਿਵੇਂ ਰਾਗੀ ਬਾਰ-ਬਾਰ ਵਿਸ਼ਰਾਮ ਦਿੰਦੇ ਨੇ, ਸਥਾਈ ਪੜ੍ਹਦੇ, ਇਹ ਪੰਕਤੀ ਬਾਰ-ਬਾਰ ਪੜ੍ਹਨੀ ਹੈ। ਸਿੱਖ ਮਿਸ਼ਨਰੀ ਕਾਲਜ ਤੋਂ ਪੜ੍ਹੇ ਗੁਰਮੁਖ ਇਸ ਗੱਲ ਦੀ ਵਿਰੋਧਤਾ ਕਰਦੇ ਨੇ, ਸਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਨ। ਕਈ ਪਾਠੀ ਸਿੰਘ ਇਹ ਪੰਕਤੀ ਨੂੰ ਨਹੀਂ ਪੜ੍ਹਦੇ,
ਤੋ ਜਿਹੜੇ ਸੰਪਰਦਾ ਤੋਂ ਪੜੇ ਹੋਏ ਨੇ ਉਹਨਾਂ ਨੂੰ ਇਹੀ ਬੇਨਤੀ ਕਰੀਦੀ ਹੈ ਕਿ ਗੁਰਮੁਖ ਪਿਆਰਿਓ, ਇਹ ਗੁਰੂ ਸਾਹਿਬ ਦਾ ਹੁਕਮ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਰਾਹੀਂ ਧੁਨੀ ਲਿਖਾ ਕੇ ਇਹ ਮਹਾਰਾਜ ਨੇ ਜ਼ਬਾਨੀ ਹੁਕਮ ਕੀਤਾ ਹੈ ਕਿ ਇਹ ਬਾਰ-ਬਾਰ ਪੰਕਤੀ ਪੜ੍ਹਨੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਰਚਿਆ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਵਿੱਚ 9 ਧੁਨਾਂ ਚਾੜ੍ਹੀਆਂ ਸਨ ਅਤੇ ਰਾਮਕਲੀ ਦੀ ਪਹਿਲੀ ਵਾਰ ਬਾਬਤ ਮਾਨ ਨੇ ਖੁਦ ਆਪ ਆਗਿਆ ਕੀਤੀ ਹੈ ਜ਼ਬਾਨੀ ਕਿ ਜੋ ਗੁਰੂ ਅਰਜਨ ਸਾਹਿਬ ਨੇ ਤੀਜੇ ਪਾਤਸ਼ਾਹ ਦੀ ਵਾਰ ਦੀਆਂ ਇਹ 5 ਤੁਕਾਂ ਵਾਲੀਆਂ ਪੌੜੀਆਂ ਲਿਖਾਈਆਂ, ਜੋ ਗਿਣਤੀ ਦੀਆਂ 21 ਨੇ। ਇਸ ਵਾਰ ਦੀਆਂ 21 ਪੌੜੀਆਂ ਉਹਨਾਂ ਦੇ ਮਗਰੋਂ ਵਾਹੋ ਸੱਚੇ ਪਾਤਸ਼ਾਹ ਦੀ ਸੱਚੀ ਨਾਈ, ਇਹ ਤੁਕ ਹਰ ਪੌੜੀ ਦੇ ਅਖੀਰ 'ਚ ਪੜ੍ਹਨੀ, ਭਾਵ 21 ਵਾਰ ਹੀ ਪੜ੍ਹਨੀ ਹੈ। ਧੁਨ ਵਾਲੀ ਵਾਰ ਦੀ ਪੌੜੀ ਦੀਆਂ 6 ਤੁਕਾਂ ਹੋ ਗਈਆਂ। ਇਸ ਕਰਕੇ ਗੁਰਾਂ ਨੇ ਇਹ ਤੁਕ ਪੜ੍ਹਨ ਦੀ ਆਗਿਆ ਦੇ ਕੇ 6 ਤੁਕੀ ਵਾਰ ਦੀ ਧੁਨ ਬਣਾਈ ਹੈ। ਇਸ ਗੱਲ ਨਾਲ ਕੌਣ ਕੌਣ ਸਹਿਮਤ ਨੇ? ਪਿਆਰ ਨਾਲ ਸੁਣੋ ਤੇ ਇਹਨੂੰ ਯਾਦ ਰੱਖਿਓ। ਗੁਰਬਿਲਾਸ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਨੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਧੁਨਾਂ ਚੜਾਉਣ ਵਾਲੇ ਅਧਿਆਇ ਦੇ ਵਿੱਚ ਇਹ ਬਚਨ ਲਿਖਿਆ। ਸਭ ਤੋਂ ਪਹਿਲਾਂ ਜਦੋਂ ਮੈਂ ਕੁਝ ਵੀ ਨਹੀਂ ਸੀ ਪੜ੍ਹਿਆ, ਉਹ ਗੁਰਬਿਲਾਸ ਪਾਤਸ਼ਾਹੀ 6ਵੀਂ 2 ਵਾਰੀ ਪੜ੍ਹਿਆ ਅਤੇ ਕਵਿਤਾ ਰੂਪ ਦੇ ਵਿੱਚ ਮਾਤਾ ਨੇ ਜਿੱਥੇ ਸਮਝਣਾ ਹੋਣੀ ਉੱਥੇ ਦੱਸੀ ਜਾਣਾ ਸਾਰਾ ਇਤਿਹਾਸ। ਉਹਦੇ ਵਿੱਚ ਹੀ ਮੈਂ ਪੜ੍ਹਿਆ। ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਇਹ ਧੁਨਾਂ ਲਿਖਵਾਈਆਂ ਅਤੇ ਆਗਿਆ ਕੀਤੀ। 2 ਨੰਬਰ 'ਤੇ ਟਕਸਾਲੀ ਗਿਆਨੀ ਚੰਦਾ ਸਿੰਘ ਦੇ ਪਰਿਆਏ, ਉਹਨਾਂ ਵਿੱਚ ਸੰਤ ਗਿਆਨੀ ਅਮੀਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਸੰਤ ਗੋਬਿੰਦ ਦਾਸ ਦੇ ਪਰਿਆਏ ਅਤੇ ਟੀਕਾ ਫਰੀਦਕੋਟੀ ਦੇ ਵਿੱਚ ਵੀ ਇਹ ਤੁਕ ਪੜ੍ਹਨ ਦੀ ਗੁਰੂ ਸਾਹਿਬ ਵੱਲੋਂ ਆਗਿਆ ਦੱਸੀ ਹੈ। ਜਿਹੜਾ ਸੰਤ ਅਮੀਰ ਸਿੰਘ ਜੀ ਸੱਤੂ ਵਾਲੀ ਗਲੀ ਵਾਲਾ ਸਟੀਕ 10 ਪੋਥੀਆਂ ਵਾਲਾ, ਉਹਦੇ 'ਚ ਸੰਤਾਂ ਨੇ ਇਹ ਸਪਸ਼ਟ ਕੀਤਾ ਕਿ ਗਿਆਨੀ ਚੰਦਾ ਸੋ ਦੇ ਪਰਿਆਏ ਦੇ ਵਿੱਚ ਵੀ ਲਿਖਿਆ ਹੋਇਆ ਇਹ ਬਚਨ, ਅਤੇ ਗੋਬਿੰਦ ਦਾਸ ਦੇ ਪਰਿਆਏ ਵਿੱਚ ਵੀ ਲਿਖਿਆ, ਅਤੇ ਫਰੀਦਕੋਟ ਵਾਲੇ ਟੀਕੇ ਦੇ ਵਿੱਚ ਵੀ ਇਹ ਬਚਨ ਲਿਖਿਆ ਵੀ ਇਹ ਪੰਕਤੀ ਬਾਰ-ਬਾਰ ਪੜ੍ਹਨੀ ਹੈ। ਪਾਠੀ ਸਿੰਘਾਂ ਨੂੰ ਹਦਾਇਤ ਹੈ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ PhD ਹੋਲਡਰ ਅਤੇ ਬ੍ਰਹਮ ਗਿਆਨੀ ਸੰਤ ਹੋਏ ਨੇ, ਅਭਿਆਸੀ ਗੁਰਮੁਖ ਪਿਆਰੇ ਟਕਸਾਲੀ। ਉਹਨਾਂ ਦੀ ਕਲਮ ਦੇ ਲਿਖੇ ਹੋਏ ਬਾਣੀ ਬਿਓਰੇ ਦੇ ਪੰਨੇ 87 'ਤੇ ਵੀ ਇਹ ਤੁਕ ਪੜ੍ਹਨ ਦੀ ਗੁਰਾਂ ਵੱਲੋਂ ਆਗਿਆ ਦੱਸੀ ਹੈ। ਗਿਆਨੀ ਨਰੈਣ ਸਿੰਘ ਜੀ ਨੇ ਜੋ 22 ਵਾਰਾਂ ਦਾ ਸਟੀਕ ਲਿਖਿਆ ਹੈ ਉਹ ਵੀ ਮੈਂ ਪੜ੍ਹਿਆ। ਉਹਦੇ ਵਿੱਚ 535 ਅੰਗ 'ਤੇ ਲਿਖਿਆ ਕਿ ਇਹ ਤੁਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸ੍ਰੀਮਾਨ ਪੰਡਿਤ ਫਤਿਹ ਪ੍ਰਕਾਸ਼ ਜੀ ਨੇ ਵੀ ਪਰਿਆਵਾਂ ਵਾਲੀ ਪੁਸਤਕ ਦੇ 1105 ਸਫੇ 'ਤੇ ਲਿਖਿਆ ਕਿ ਇਹ ਤੁਕ ਪੜ੍ਹਨੀ ਚਾਹੀਦੀ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਰਹਾਉ ਪਦ ਉੱਪਰ ਇਸ ਪ੍ਰਕਾਰ ਲਿਖਿਆ ਕਿ ਰਾਮਕਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ ਰਹਾਉ ਸ਼ਬਦ ਆਇਆ, ਜਿਸ ਦਾ ਭਾਵ ਹੈ ਕਿ ਹਰੇਕ ਪੌੜੀ ਦੇ ਅੰਤ ਵਿੱਚ ਇਹ ਪਿਛਲੀ ਰਹਾਉ ਵਾਲੀ ਤੁਕ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਇਹ ਜੋੜ ਕੇ ਪਾਠ ਕਰੋ। ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੁੱਲ 22 ਵਾਰਾਂ ਆਈਆਂ ਨੇ, ਜਿਨ੍ਹਾਂ 'ਚੋਂ 9 ਵਾਰਾਂ ਦੇ ਉੱਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 9 ਧੁਨਾਂ ਚਾੜ੍ਹੀਆਂ ਹਨ। ਅਤੇ ਸਾਧ ਸੰਗਤ ਜੀਓ, ਉਹਨਾਂ 9 ਵਾਰਾਂ ਵਿੱਚੋਂ ਤੀਸਰੇ ਪਾਤਸ਼ਾਹ ਜੀ ਦੀ ਇਸ ਵਾਰ ਵਿੱਚ ਪਹਿਲੀ ਪੌੜੀ ਦੀ ਅਖੀਰਲੀ ਤੁਕ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੋਂ ਬਾਅਦ ਹੀ ਰਹਾਉ ਪਦ ਆਇਆ। ਉਹ ਹਰੇਕ ਪੌੜੀ ਦੀ 6ਵੀਂ ਤੁਕ ਨੂੰ ਪੂਰਾ ਕਰਨ ਲਈ ਹੀ ਇਸ਼ਾਰਾ ਹੈ, ਕਿਉਂਕਿ ਰਹਾਉ ਦਾ ਅਰਥ ਹੀ ਅਸਥਾਈ ਹੈ। ਜਿਸ ਤੁਕ ਪਿੱਛੇ ਵੀ ਰਹਾਉ ਪਦ ਲਿਖਿਆ ਹੁੰਦਾ, ਸੰਗੀਤਕਾਰ ਉਹਨੂੰ ਅਸਥਾਈ ਮੰਨ ਕੇ ਵਾਰ-ਵਾਰ ਪੜ੍ਹਦੇ ਅਤੇ ਵਾਰ-ਵਾਰ ਗਾਉਂਦੇ ਨੇ। ਇਸੇ ਭਾਵ ਨੂੰ ਮੁੱਖ ਰੱਖ ਕੇ ਅਤੇ ਤੁਕਾਂਤ ਪੂਰਾ ਕਰਨ ਵਾਸਤੇ ਸਾਨੂੰ ਇਹ ਤੁਕ ਪੜ੍ਹਨੀ ਚਾਹੀਦੀ ਹੈ। ਇਸ ਤੁਕ ਨੂੰ ਛੱਡ ਕੇ ਪੰਥ ਵਿਰੋਧੀ ਵਿਦਵਾਨਾਂ ਨੂੰ ਅਸੀਂ ਆਪਣੇ ਆਪ ਗੁਰੂ ਸਾਹਿਬ 'ਤੇ ਸ਼ੰਕਾ ਕਰਨ ਦਾ ਮੌਕਾ ਦੇ ਰਹੇ ਹਾਂ। ਕੱਲ੍ਹ ਨੂੰ ਕੋਈ ਵੀ ਵਿਦਵਾਨ ਉੱਠ ਕੇ ਕਹਿ ਸਕਦਾ ਕਿ ਇਸ ਵਾਰ ਦੀ ਧੁਨ ਲਿਖਣ ਵਾਲੇ ਗੁਰੂ ਸਾਹਿਬਾਨ ਨੂੰ ਇਹ ਗਿਆਨ ਹੀ ਨਹੀਂ ਸੀਗਾ ਕਿ ਇਸ ਵਾਰ ਦੀਆਂ ਪੌੜੀਆਂ 5 ਤੁਕੀਆਂ ਨੇ, ਅਤੇ ਇਸ ਵਾਰ ਦੀ ਧੁਨ ਲਿਖਣ ਵਾਲੇ ਗੁਰੂ ਸਾਹਿਬਾਨ ਨੂੰ ਇਹ ਗਿਆਨ ਹੀ ਨਹੀਂ ਸੀਗਾ ਕਿ ਇਸ ਵਾਰ ਦੀਆਂ ਪੌੜੀਆਂ 5 ਤੁਕੀਆਂ ਨੇ। 6 ਵਾਰ ਦੀਆਂ ਪੌੜੀਆਂ 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 6 ਵਾਰ ਦੀਆਂ ਪੌੜੀਆਂ
ਤੇ ਉਹਨਾਂ ਨੇ ਛੇ ਤੁਕੀ ਜੋਧਾ ਵੀਰ ਹੈ ਪੂਰਬਾਣੀ ਦੀ ਵਾਰ ਦਾ ਪ੍ਰਮਾਣ ਠੀਕ ਨਹੀਂ ਦਿੱਤਾ। ਇਸ ਲਈ ਸਾਨੂੰ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਤੇ ਉਪਰੋਕਤ ਦਲੀਲਾਂ ਨੂੰ ਸਵੀਕਾਰ ਕਰਦਿਆਂ ਪੜ੍ਹਨ ਵਿੱਚ ਇਹ ਤੁਕ ਅਧੂਰੀ ਨਹੀਂ ਛੱਡਣੀ ਚਾਹੀਦੀ। ਹਰੇਕ ਪੌੜੀ ਦੇ ਮਗਰੋਂ ਇਹ ਪੰਕਤੀ ਲਾਜ਼ਮੀ ਪੜ੍ਹਨੀ ਚਾਹੀਦੀ ਹੈ। ਜਿਹੜੇ ਸੱਜਣ ਇਸ ਤੁਕ ਦਾ ਪਾਠ ਹਰੇਕ ਪੌੜੀ ਦੇ ਅਖੀਰ ਤੇ ਨਹੀਂ ਪੜ੍ਹਦੇ ਉਹ ਸਤਿਗੁਰਾਂ ਦੀ ਆਗਿਆ ਨਾ ਮੰਨਣ ਕਰਕੇ ਗੁਰੂ ਦੇ ਦੇਣਦਾਰ ਬਣ ਜਾਣਗੇ। ਜਿਹੜੇ ਕਾਨੂੰਨ ਦੇ ਵਾਕਫ ਹੋ ਕੇ ਵੀ ਗਲਤੀ ਕਰਦੇ ਨੇ। ਇੱਕ ਨੂੰ ਮੈਂ ਟੋਕਿਆ, ਉਹਨੇ ਪਤਾ ਕੀ ਜਵਾਬ ਦਿੱਤਾ, ਆਖੇ ਜੀ ਇੱਥੇ ਨਹੀਂ ਪੜ੍ਹਦੇ। ਬੰਦਾ ਪੁੱਛੇ ਵੀ ਤੂੰ ਇੱਥੇ ਉੱਥੇ ਨਾ ਕੀ ਮਤਲਬ ਕਰਨਾ, ਤੂੰ ਆਪਦੇ ਸਹੀ ਪੜ੍ਹ। ਪਤਾ ਵੀ ਹੈ ਤੇ ਜਾਣ ਕੇ ਪੜ੍ਹਨੀ ਨਹੀਂ। ਉਹ ਦੁਨੀ ਸਜ਼ਾ ਭੋਗਣ ਵਾਲੇ ਹੁੰਦੇ, ਜਿਹਨੂੰ ਨਹੀਂ ਪਤਾ ਉਹ ਤਾਂ ਗੱਲ ਵੱਖਰੀ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਵੀ ਜਿਵੇਂ ਜੋਧੇ ਵੀਰੇ ਦੀ ਛੇ ਤੁਕੀ ਪੌੜੀ ਗਾਇਨ ਕੀਤੀ ਜਾਂਦੀ, ਉਸੇ ਤਰ੍ਹਾਂ ਇਸ ਰਾਮਕਲੀ ਰਾਗ ਪੌੜੀ ਦੀਆਂ ਛੇ ਤੁਕਾਂ ਵੀ ਗਾਇਨ ਕਰਨੀਆਂ ਚਾਹੀਦੀਆਂ ਨੇ। ਇਸ ਕਰਕੇ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਲੀ ਤੁਕ ਹੈ, ਇਸ ਵਾਰ ਵਿੱਚ ਹਰੇਕ ਪੌੜੀ ਤੋਂ ਬਾਅਦ ਪੜ੍ਹਨੀ ਲਾਜ਼ਮੀ ਹੈ, ਤਾਂ ਹੀ ਪੌੜੀ ਛੇ ਤੁਕਾਂ 'ਚ ਪੂਰੀ ਹੋਏਗੀ। ਜਿਹੜਾ ਵੀ ਸੱਜਣ ਇਸ ਤੁਕ ਨੂੰ ਹਰੇਕ ਪੌੜੀ ਨਾਲ ਪੜ੍ਹੇਗਾ ਉਹ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਸਿੱਖ ਜਗਤ ਦੀਆਂ ਸਾਰੀਆਂ ਸੰਪਰਦਾਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਮਦਮਾ ਸਾਹਿਬ ਤੋਂ ਕੀਤੇ ਹੋਏ ਹੁਕਮ ਨੂੰ ਮੰਨਦੀਆਂ ਆ ਰਹੀਆਂ ਨੇ। ਸੰਪਰਦਾ ਦਮਦਮੀ ਟਕਸਾਲ ਇਹਦੇ 'ਤੇ ਪੂਰਾ ਪਹਿਰਾ ਦੇ ਰਹੀ ਹੈ। ਭਾਈ ਮਨੀ ਸਿੰਘ ਸੰਪਰਦਾ ਅੰਮ੍ਰਿਤਸਰ ਸਾਹਿਬ ਵਾਲੇ, ਨਿਹੰਗ ਸਿੰਘ ਸੰਪਰਦਾ, ਨਿਰਮਲ ਸੰਪਰਦਾ, ਉਦਾਸੀਨ ਸੰਪਰਦਾ ਇਤਿਆਦਿਕ ਸਮੁੱਚਾ ਪੰਥ ਹੀ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੋਇਆ ਇਹ ਤੁਕ ਪੜ੍ਹਦਾ ਆ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸੀਨਾ ਬਸੀਨਾ ਚੱਲੀ ਆ ਰਹੀ ਦਮਦਮੀ ਟਕਸਾਲ 'ਚ ਵਿਦਿਆਰਥੀਆਂ ਨੂੰ ਸੰਥਿਆ ਸਮੇਂ ਵਿਸ਼ੇਸ਼ ਹਦਾਇਤ ਕਰਕੇ ਇਹ ਤੁਕ ਪੜ੍ਹਨ ਦੀ ਆਗਿਆ ਕੀਤੀ ਜਾਂਦੀ ਹੈ। ਇੰਨਾ ਸਮਾਂ ਇੱਥੇ ਆਪਦੇ ਚਰਨਾਂ 'ਚ ਹਾਜ਼ਰੀ ਲਵਾਉਣ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਸਾਡੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋ। ਇਹ ਸੰਤਾਂ ਦਾ ਸਥਾਨ, ਸੰਤਾਂ ਦੇ ਪ੍ਰਭਾਵ ਹੇਠ ਸੰਗਤਾਂ ਸੇਵਾ ਕਰਦੀਆਂ, ਸਿਮਰਨ ਕਰਦੀਆਂ। ਜਿੰਨੀ ਮਰਜ਼ਾਦਾ ਹੈ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਸੰਪਰਦਾਈ ਚੱਲਦੀ ਹੈ। ਰਹਿਰਸ ਵੀ ਪੂਰੀ ਪੜ੍ਹੀ ਜਾਂਦੀ, ਝੋਲਾ ਪਾਉਣ ਤੋਂ ਵੀ ਸਾਨੂੰ ਕੋਈ ਨਹੀਂ ਰੋਕਦਾ। ਅਤੇ ਆਹ ਜਿੰਨੀਆਂ ਵਿਚਾਰਾਂ ਨੇ ਇਹਦੇ ਨਾਲ ਵੀ ਆਪ ਸਹਿਮਤ ਹੁੰਦੇ ਹੋ, ਕੋਈ ਟੋਕਾ ਟਕਾਈ ਵਾਲੀ ਬਾਤ ਹੀ ਨਹੀਂ। ਤੋ ਬਾਕੀ ਹੋਰਨਾਂ ਜਗ੍ਹਾ 'ਤੇ ਬੜੇ ਸਵਾਲ ਜਵਾਬ ਕਰਨੇ ਪੈਂਦੇ ਨੇ, ਤੋ ਇਸ ਲਈ ਇੱਥੇ ਦਿਲ ਲੱਗਣ ਦਾ ਇਹੀ ਮਤਲਬ ਹੈ। ਸੋ ਆਪ ਨੇ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਸਰਵਣ ਕੀਤਾ। ਧੰਨਵਾਦ। ਗੁਰੂ ਮਹਾਰਾਜ ਜੀ ਦੀ ਆਗਿਆ ਹੈ, ਆਓ ਪਿਆਰ ਨਾਲ ਫਿਰ ਸਰਵਣ ਕਰੋ ਜੀ। ਸਮਾਪਤੀ ਹੈ। ਆਪੇ ਵੇਖਾਂ ਸੁਣੇ ਆਪਾਂ ਗੁਰ ਸ਼ਬਦ ਧਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੇ ਨਾਈ। ਵਾਹਿਗੁਰੂ ਜੀ ਕਾ ਖਾਲਸਾ